ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਖੁਦ ਮਾਂ-ਬਾਪ ਨੂੰ ਵੀ ਇਹੀ ਲੱਗਦਾ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਸਿਰਫ ਉਦੋਂ ਤੱਕ ਸੀਗੀ ਜਦੋਂ ਤੱਕ ਤੂੰ ਸਾਡੇ ਘਰ ਸੀਗੀ। ਜੇ ਤੁਹਾਡੇ 4 ਮੁੰਡੇ ਨੇ ਹਨਾ, ਤੁਸੀਂ ਉਹਨਾਂ 4 ਨੂੰ ਜਾਇਦਾਦ ਦੇ ਸਕਦੇ ਹੋ, ਪਰ ਜਦੋਂ ਤੁਹਾਡੇ ਇੱਕ ਕੁੜੀ ਆ ਤੇ ਤੁਸੀਂ ਉਹਨੂੰ ਇੱਕ ਹਿੱਸਾ ਨਹੀਂ ਦੇ ਕੇ ਆਪਣੇ ਕੋਲ ਰੱਖ ਸਕਦੇ ਹਨਾ। ਥੋੜੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਕਰਕੇ ਦਿਖਾਇਆ ਜਾਂਦਾ ਵਾ। ਫਿਰ ਕੀ ਹੋ ਗਿਆ, ਇੱਕ ਥੱਪੜ ਹੀ ਸੀਗਾ। ਜਿਹੜੀ ਧੀ ਨੂੰ ਕੁਆਰੇ ਹੁੰਦੇ ਤੁਸੀਂ ਕਹਿੰਦੇ ਹੋ ਨਾ ਵੀ ਕੋਈ ਅੱਖ ਚੁੱਕ ਕੇ ਨਾ ਦੇਖ ਲਵੇ ਹਨਾ, ਉਹੀ ਤੁਹਾਡੀ ਧੀ 8 ਸਾਲ ਤੋਂ ਕੁੱਟ ਖਾ ਰਹੀ ਸੀ ਤੇ ਮਾਂ ਪਿਓ ਨੇ ਉਸ ਚੀਜ਼ 'ਚ ਇੱਕ ਕੇਸ ਕਰਨ ਤੋਂ ਇਲਾਵਾ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਹਨਾ। ਸਾਡੀ ਇੱਜ਼ਤ ਬਣਾ ਕੇ ਰੱਖਣ ਦੇ ਲਈ ਅਸੀਂ ਲੋਕਾਂ 'ਚ ਬੈਠ ਕੇ ਗੱਲ ਕਰ ਸਕੀਏ ਤਾਂ ਤੁਸੀਂ ਸਿਰਫ ਆਪਦੇ ਸਾਨੂੰ ਸਹੁਰੇ ਘਰੇ ਹੀ ਦਿਸਣੇ ਚਾਹੀਦੇ ਹੋ ਹਨਾ। ਜਦੋਂ ਕੋਈ ਬੰਦਾ ਸ਼ਰਾਬ ਪੀ ਕੇ ਆਉਂਦਾ ਹਨਾ, ਮੋਸਟਲੀ ਉਹ ਘਰ 'ਚ ਆਪਣੀ ਵਾਈਫ ਨੂੰ ਕੁੱਟਦਾ। ਕਿ ਸ਼ਰਾਬ ਪੀ ਕੇ ਉਹ ਆਪਣੀ ਮਾਂ ਨੂੰ ਵੀ ਕੁੱਟਦਾ, ਸ਼ਰਾਬ ਪੀ ਕੇ ਆਪਣੀ ਭੈਣ ਨੂੰ ਵੀ ਕੁੱਟਦਾ। ਔਰਤ ਦਾ ਮਨ ਹੁੰਦਾ ਨਾ, ਕੋਮਲ ਹੁੰਦਾ ਆ। ਉਹ ਜੇ ਉਹਦੇ ਸਾਹਮਣੇ ਕੋਈ ਗਲਤੀ ਕਰਦਾ ਉਹਨੂੰ ਗੁੱਸਾ ਵੀ ਬਹੁਤ ਆਉਂਦਾ, ਤੇ ਜੇ ਕੋਈ ਉਹਦੇ ਸਾਹਮਣੇ ਉਸੇ ਗਲਤੀ ਦਾ ਕੇ ਪਛਤਾਵਾ ਕਰਦਾ ਤੇ ਉਹਨੂੰ ਮਾਫ ਵੀ ਝੱਟ ਹੀ ਕਰ ਦਿੰਦੀਆਂ ਹਨ। ਅਜੇ ਵੀ ਤੁਸੀਂ ਕੁੜੀਆਂ ਦੇ ਦਿਮਾਗ 'ਚ ਇਹੀ ਚੀਜ਼ ਭਰਦੇ ਰਹਿੰਦੇ ਹੋ ਵੀ ਆਦਮੀ ਤੋਂ ਬਿਨਾਂ ਤੇਰੀ ਕੋਈ ਜ਼ਿੰਦਗੀ ਨਹੀਂ। ਔਰਤ ਬਾਰੇ ਗੱਲ ਕਰਨਾ ਫੈਮਿਨਿਜ਼ਮ ਨਹੀਂ ਹੁੰਦਾ। ਅਸੀਂ 20 ਸਾਲ ਜੌਬ ਕਰੀ ਜਾਂਦੇ ਹਾਂ, 20 ਸਾਲ ਜੌਬ ਕਰਨ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਸਾਡੇ ਘਰ ਦਾ ਪੱਤਾ ਵੀ ਸਾਡੇ ਨਾਂ ਨਹੀਂ ਹੁੰਦਾ। ਤੁਸੀਂ ਕਦੇ ਆਪਣੀ ਖੁਸ਼ੀ ਸੈਕਰੀਫਾਈਸ ਕਰ ਸਕਦੇ ਹੋ, ਆਪਣੀ ਇੱਛਾ ਕੋਈ ਜਿਹੜੀ ਤੁਹਾਡੀ ਉਹਨੂੰ ਸੈਕਰੀਫਾਈਸ ਕਰ ਸਕਦੇ ਹੋ, ਪਰ ਮੈਨੂੰ ਲੱਗਦਾ ਜ਼ਿੰਦਗੀ ਕਿਸੇ ਲਈ ਸੈਕਰੀਫਾਈਸ ਕਰਨੀ ਬਹੁਤ ਵੱਡੀ ਚੀਜ਼ ਆ ਹਨਾ। ਔਰਤਾਂ ਜਿਹੜੀਆਂ ਘਰ ਨੂੰ ਇੰਨਾ ਲਿਸ਼ਕਾ ਕੇ ਰੱਖਦੀਆਂ ਨੇ, ਇੰਨੀਆਂ ਸਫਾਈ ਦੀਆਂ ਸ਼ੌਕੀਨ ਹੁੰਦੀਆਂ ਨੇ, ਉਹੀ ਔਰਤਾਂ ਕਈ ਵਾਰੀ ਆਪਣੀ ਜ਼ਿੰਦਗੀ 'ਚ ਗਲੇ ਸੜੇ ਰਿਸ਼ਤਿਆਂ ਨੂੰ ਉਵੇਂ ਲੈ ਕੇ ਅੱਗੇ ਤੁਰਦੀਆਂ ਰਹਿੰਦੀਆਂ ਨੇ ਹਨਾ। ਜਿਸ ਔਰਤ 'ਚੋਂ ਉਹ ਕੁੜੀਆਂ ਪੈਦਾ ਹੋਈਆਂ ਹਨਾ, ਉਹ ਤਾਂ ਤੈਨੂੰ ਡਰ ਹੈ ਕਿ ਉਹ ਜਾ ਕੇ ਕਿਸੇ ਹੋਰ ਦਾ ਘਰ ਖਰਾਬ ਕਰਨਗੀਆਂ। ਜਦੋਂ ਤੁਹਾਡਾ ਮੁੰਡਾ ਤੁਹਾਡੀ ਨੂੰਹ ਦੇ ਪਹਿਲੀ ਚਪੇੜ ਮਾਰਦਾ, ਉੱਥੇ ਪਿਓ ਨਾਲੋਂ ਜ਼ਿਆਦਾ ਸੱਸ ਨੂੰ ਬੋਲਣਾ ਚਾਹੀਦਾ ਵੀ ਤੇਰੀ ਜੁਰਤ ਕਿਵੇਂ ਹੋਈ। ਸੁਸਾਇਟੀ ਨੂੰ ਇਹੀ ਲੱਗਦਾ ਰਿਹਾ ਵੀ ਔਰਤ ਇੱਕ ਜਾਂ ਜਨਾਨੀ ਇੱਕ ਇੱਦਾਂ ਦੀ ਚੀਜ਼ ਆ ਜਿਹਨੂੰ ਅਸੀਂ ਜਿਵੇਂ ਚਾਹੀਏ ਉਹਨੂੰ ਅਸੀਂ ਉਵੇਂ ਵਰਤ ਸਕਦੇ ਹਾਂ। ਘਰਾਂ ਦੀਆਂ ਲੜਾਈਆਂ ਦਾ ਬੱਚਿਆਂ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਹੈ ਨਾ। ਐਕਸਟਰਾ ਮੈਰਿਟਲ ਅਫੇਅਰ ਕੋਈ ਛੋਟੀ ਮੋਟੀ ਚੀਜ਼ ਨਹੀਂ ਆ, ਡੋਮੈਸਟਿਕ ਵਾਇਲੈਂਸ ਕੋਈ ਛੋਟੀ ਮੋਟੀ ਚੀਜ਼ ਨਹੀਂ ਆ। ਸਾਡੇ ਘਰਾਂ ਦੇ ਵਿੱਚ ਹੀ ਰੂਟ ਕਾਜ਼ ਪਏ ਨੇ ਜਿਨ੍ਹਾਂ ਨੂੰ ਸਾਨੂੰ ਸਮਝਣਾ ਪਊਗਾ। ਵਿਆਹ ਜ਼ਿੰਦਗੀ ਨਹੀਂ, ਵਿਆਹ ਹਮੇਸ਼ਾ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ। ਤੁਸੀਂ ਜਦੋਂ ਖੁਦ ਕਮਾ ਰਹੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਸਕਦੇ ਹੋ। ਉੱਥੇ ਤੁਸੀਂ ਇਹ ਨਾ ਸੋਚੋ ਵੀ ਮੈਨੂੰ ਸੰਭੂਗਾ ਕੌਣ। ਤੁਹਾਨੂੰ ਕੋਈ ਲਿਖ ਕੇ ਨਹੀਂ ਦਊਗਾ ਕਿ ਤੂੰ 100% ਖੁਸ਼ ਰਹੇਂਗੀ। ਤੁਹਾਨੂੰ ਇਹੋ ਜਿਹੀਆਂ ਉਦਾਹਰਨਾਂ ਰੋਜ਼ ਆਂਢੀ ਗੁਆਂਢੀ ਤੁਹਾਡੇ ਮਾਂ ਪਿਓ ਤੁਹਾਡੇ ਭੈਣ ਭਰਾ ਦੇਣਗੇ ਵੀ ਕੁਛ ਨਾ ਕੁਛ ਤਾਂ ਤੈਨੂੰ ਸਹਿਣਾ ਹੀ ਪਊਗਾ। ਪਰ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਸਹੀ ਪੁਆਇੰਟ ਫੜਿਆ ਵਾ ਵੀ ਬੱਚੇ ਹੋਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਲੋਕਾਂ ਦੇ ਬਾਹਰ ਰਿਸ਼ਤੇ ਬਣਦੇ ਨੇ। ਕਿ ਮਾਨਸਿਕ ਤੌਰ ਤੇ ਇੰਨੇ ਪੱਕੇ ਹੋ ਜਾਓ ਕਿ ਅੱਜ ਜੇ ਮੇਰੇ ਦੁੱਖ 'ਚ ਕੋਈ ਮੇਰੇ ਨਾਲ ਨਹੀਂ ਖੜਾ ਨਾ, ਕੱਲ ਨੂੰ ਮਤਲਬ ਉਹ ਮੇਰੇ ਤੇ ਉਂਗਲ ਉਠਾਉਣ ਵਾਲਾ ਵੀ ਕੋਈ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਗੱਲ ਤੇ ਗੱਲ 'ਚ ਅਸੀਂ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਨੂੰ ਜਦੋਂ ਅਸੀਂ ਸ਼ੁਰੂ 'ਚ ਡਿਸਕਸ ਕਰ ਰਹੇ ਸੀ ਤਾਂ ਗੁਰਦੀਪ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਔਰਤ ਆਪਣੀ ਸਮੱਸਿਆ ਦੱਸਦੀ ਹੈ ਤਾਂ ਅਸੀਂ ਉਸਨੂੰ ਧਰਵਾਸ ਦਿੰਦੇ ਹੁੰਦੇ ਹਾਂ ਕਿ ਪੁਰਾਣੇ ਵਕਤ 'ਚ ਔਰਤਾਂ ਨੇ ਜਿਹੜੀਆਂ ਬਹੁਤ ਕੁਝ ਸਹਿ ਲੈਂਦੀਆਂ ਸੀ। ਅਸੀਂ ਵੀ ਅਕਸਰ ਆਪਣੀਆਂ ਗੱਲਾਂ 'ਚ ਇਹੀ ਗੱਲਾਂ ਕਹਿੰਦੇ ਹੁੰਦੇ ਹਾਂ ਕਿ ਔਰਤਾਂ ਨੇ ਜਿਹੜੀਆਂ ਆਪਣੇ ਸਬਰ ਨਾਲ ਘਰ ਨੂੰ ਚਲਾਉਂਦੀਆਂ ਨੇ, ਔਰਤਾਂ ਨੂੰ ਬੜਾ ਕੁਝ ਸਹਿਣਾ ਪੈਂਦਾ। ਕਦੀ ਅਸੀਂ ਨਿਆਣਿਆਂ ਦੀਆਂ ਉਦਾਹਰਨਾਂ ਦਿੰਦੇ ਹਾਂ, ਕਦੀ ਅਸੀਂ ਕਹਿੰਦੇ ਹਾਂ ਕਿ ਆਪਣੇ ਮਾਪਿਆਂ ਦੀ ਇੱਜ਼ਤ ਰੱਖਣ ਲਈ ਉਹਨਾਂ ਨੂੰ ਆਪਣਾ ਘਰ ਆ ਜਿਹੜਾ ਉਹ ਸਬਰ ਅਤੇ ਸਿਦਕ ਨਾਲ ਚਲਾਉਣਾ ਚਾਹੀਦਾ। ਪਰ ਨਾਲ ਦੀ ਨਾਲ ਇਹ ਵੀ ਸਵਾਲ ਆਉਂਦਾ ਹੁੰਦਾ ਦਿਮਾਗ ਦੇ ਵਿੱਚ ਕਿ ਕਿਤੇ ਨਾ ਕਿਤੇ ਅਸੀਂ ਇਹੋ ਜਿਹੀਆਂ ਗੱਲਾਂ ਜਾਂ ਇਹੋ ਜਿਹੀਆਂ ਉਦਾਹਰਨਾਂ ਦੇ ਕੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਇੱਕਦਮ ਬਰੀ ਕਰ ਦਿੰਦੇ ਹਾਂ ਜਿਹੜੇ ਔਰਤਾਂ ਦੇ ਉੱਤੇ ਹਿੰਸਾ ਕਰਨ ਨੂੰ ਆਪਣਾ ਹੱਕ ਸਮਝਣ ਲੱਗ ਜਾਂਦੇ ਨੇ, ਔਰਤਾਂ ਨੂੰ ਹਮੇਸ਼ਾ ਇੱਕ ਸੈਕੰਡਰੀ ਜੈਂਡਰ ਦੇ ਤੌਰ 'ਤੇ ਟਰੀਟ ਕਰਦੇ ਨੇ। ਇਹੋ ਜਿਹੀਆਂ ਉਦਾਹਰਨਾਂ ਜਦੋਂ ਅਸੀਂ ਕੁੜੀਆਂ ਨੂੰ ਦਿੰਦੇ ਹਾਂ ਤਾਂ ਉਹਦੇ ਨਤੀਜੇ ਨੇ ਜਿਹੜੇ ਬਹੁਤ ਖਤਰਨਾਕ ਨਿਕਲਦੇ ਨੇ, ਕਿਉਂਕਿ ਕੁੜੀਆਂ ਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਚਾਹੇ ਉਹ ਕਮਾਉਂਦੀਆਂ ਨੇ ਚਾਹੇ ਉਹ ਘਰੇਲੂ ਨੇ, ਉਹਨਾਂ ਦਾ ਆਪਣੇ ਸਹੁਰੇ ਘਰੇ ਵਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇੱਕ ਤਲਾਕਸ਼ੁਦਾ ਔਰਤ ਕਹਾਉਣਾ ਇਸ ਸਮਾਜ ਦੇ ਵਿੱਚ ਉਸ ਔਰਤ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ। ਤੇ ਹੁਣੇ ਤੁਸੀਂ ਇੱਕ ਇਹੋ ਜਿਹੀ ਖਬਰ ਆ ਜਿਹੜੀ ਕੁਝ ਕੁ ਦਿਨਾਂ ਤੋਂ ਸੁਣ ਰਹੇ ਹੋ, ਜਿੱਥੇ ਮਨਦੀਪ ਕੌਰ ਨਾਂ ਦੀ ਕੁੜੀ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਆਤਮ ਹੱਤਿਆ ਕੀਤੀ।
ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਹਨੂੰ ਕਮੈਂਟਸ ਦੇ ਵਿੱਚ ਸ਼ਰਧਾਂਜਲੀਆਂ ਦੇ ਰਹੇ ਨੇ। ਉਹ ਲੋਕ ਜਿਹੜੇ ਆਪਾਂ ਸਮਝਦੇ ਹੁੰਦੇ ਹਾਂ ਕਿ ਬਿਲਕੁਲ ਜਦੋਂ ਆਪਣੀ ਸਮੱਸਿਆ ਕੋਈ ਔਰਤ ਸਾਨੂੰ ਦੱਸਦੀ ਹੈ ਤਾਂ ਸਾਡੇ ਜਾਂ ਤੁਹਾਡੇ ਵਰਗੀਆਂ ਗੱਲਾਂ ਕਰ ਰਹੇ ਹੁੰਦੇ ਨੇ ਕਿ ਆਪਣੇ ਬੱਚਿਆਂ ਦਾ ਸੋਚ ਕੇ ਤੂੰ ਆਪਣੇ ਘਰ ਨੂੰ ਚਲਾ। ਇਹੀ ਸਾਡਾ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ। ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਔਰਤਾਂ ਮਾਨਸਿਕ ਤੌਰ 'ਤੇ ਆਤਮ ਨਿਰਭਰ ਨਹੀਂ ਹੈਗੀਆਂ, ਅਸੀਂ ਉਹਨਾਂ ਦੀ ਆਰਥਿਕ ਤੌਰ 'ਤੇ ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ। ਅਤੇ ਕਿਵੇਂ ਦੇ ਨਤੀਜੇ ਨਿਕਲਦੇ ਨੇ ਫਿਰ ਇਹੋ ਜਿਹੀਆਂ ਚੀਜ਼ਾਂ ਦੇ, ਜਾਂ ਫਿਰ ਕੁੜੀਆਂ ਕਿੰਨਾ ਕੁਝ ਸਹਿੰਦੀਆਂ ਨੇ, ਜਾਂ ਫਿਰ ਵਿਆਹ ਵਰਗੇ ਰਿਸ਼ਤੇ ਦੇ ਵਿੱਚ ਸਮੱਸਿਆਵਾਂ ਆਉਣ ਦਾ ਕਾਰਨ ਕੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਗੁਰਦੀਪ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ ਤੁਸੀਂ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਵਧੀਆ। ਜਦੋਂ ਹੀ ਤੁਸੀਂ ਇੰਟਰੋਡਕਸ਼ਨ ਦੇ ਰਹੇ ਸੀ ਨਾ, ਕਿੰਨੀਆਂ ਹੀ ਚੀਜ਼ਾਂ ਸੀਗੀਆਂ ਜਿਹੜੀਆਂ ਮੇਰੇ ਦਿਮਾਗ 'ਚ ਘੁੰਮਣ ਲੱਗ ਗਈਆਂ ਹਨਾ। ਤਾਪਸੀ ਹੁਣਾਂ ਦੀ ਇੱਕ ਫਿਲਮ ਆਈ ਸੀਗੀ ਥੱਪੜ, ਉਹ ਫਿਲਮ, ਜਾਂ ਉਹਨਾਂ ਦੀ ਉਹ ਇੱਕ ਹੋਰ ਫਿਲਮ ਸੀ ਪਿੰਕ, ਜਿੱਥੇ ਸਾਨੂੰ ਨੋ ਦੀ ਇੰਪੋਰਟੈਂਸ ਦੱਸੀ ਜਾਂਦੀ ਸੀ ਕਿ ਨੋ ਜਿਹੜਾ ਸ਼ਬਦ ਆ ਜਾਂ ਨਾ ਕਹਿਣਾ ਵਾ ਜਿਹੜਾ, ਉਹ ਕਿੰਨਾ ਜ਼ਿਆਦਾ ਮਹੱਤਵ ਰੱਖਦਾ ਅਤੇ ਉਹਦੀ ਵੈਲਿਊ ਕੀ ਹੁੰਦੀ ਆ ਹਨਾ। ਇਸ ਤੋਂ ਇਲਾਵਾ ਸੁਖਵਿੰਦਰ ਅੰਮ੍ਰਿਤ ਹੋਰਾਂ ਦੀ ਜਿਹੜੀ ਅਕਸਰ ਆਪਾਂ ਮਾਵਾਂ ਧੀਆਂ ਪੜ੍ਹਦੇ ਹੁੰਦੇ ਕਵਿਤਾ, ਮੈਂ ਚਾਹੂੰਗੀ ਕਿ ਅੱਜ ਅਸੀਂ ਫਿਰ ਉਸ ਕਵਿਤਾ ਨੂੰ ਇੱਕ ਵਾਰੀ ਇਸ ਇੰਟਰਵਿਊ ਦੇ ਵਿੱਚ ਜਾਂ ਇਸ ਪ੍ਰੋਗਰਾਮ ਦੇ ਵਿੱਚ ਪੜ੍ਹੀਏ ਹੈ ਨਾ। ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ ਨੇ। ਮੈਨੂੰ ਤੁਹਾਡੀ ਲਿਖੀ ਹੋਈ ਇੱਕ ਗੱਲ ਵੀ ਯਾਦ ਆ ਗਈ। ਤੁਸੀਂ ਇੱਕ ਦਿਨ ਆਪਦੇ ਘਰ ਦੀ ਬਹੁਤ ਹੀ ਜ਼ਿਆਦਾ ਸਾਫ਼ ਕੀਤੇ ਹੋਏ ਘਰ ਦੀ ਪਿਕਚਰ ਪਾਈ ਸੀ ਤੇ ਤੁਸੀਂ ਲਿਖਿਆ ਸੀਗਾ ਵੀ ਔਰਤਾਂ ਜਿਹੜੀਆਂ ਘਰ ਨੂੰ ਇੰਨਾ ਲਿਸ਼ਕਾ ਕੇ ਰੱਖਦੀਆਂ ਨੇ, ਇੰਨੀਆਂ ਸਫਾਈ ਦੀਆਂ ਸ਼ੌਕੀਨ ਹੁੰਦੀਆਂ ਨੇ ਜਾਂ ਸਫਾਈ ਦੀਆਂ ਆਦੀ ਹੁੰਦੀਆਂ ਨੇ, ਤਾਂ ਉਹੀ ਔਰਤਾਂ ਕਈ ਵਾਰੀ ਆਪਣੀ ਜ਼ਿੰਦਗੀ 'ਚ ਗਲੇ ਸੜੇ ਰਿਸ਼ਤਿਆਂ ਨੂੰ ਉਵੇਂ ਲੈ ਕੇ ਅੱਗੇ ਤੁਰਦੀਆਂ ਰਹਿੰਦੀਆਂ ਨੇ ਹਨਾ। ਸੋ ਇਹ ਕਹਿਣ ਨੂੰ ਤਾਂ ਸਿਰਫ ਇੱਕ ਸਟੇਟਸ ਹੋ ਸਕਦਾ ਆ, ਜਾਂ ਉਸ ਤੋਂ ਬਾਅਦ ਵੀ ਬਹੁਤ ਸਾਰੇ ਜਿਵੇਂ ਲੋਕਾਂ ਨੇ ਥੱਲੇ ਕਮੈਂਟ ਕੀਤਾ ਸੀ, ਤੁਸੀਂ ਵੀ ਹਾਸੇ 'ਚ ਗੱਲ ਨੂੰ ਲਿਆ ਹਨਾ। ਪਰ ਜੇ ਇਸ ਚੀਜ਼ ਨੂੰ ਆਪਾਂ ਧਿਆਨ ਨਾਲ ਸੋਚੀਏ ਤਾਂ ਇਹ ਕਿੱਡੀ ਵੱਡੀ ਗੱਲ ਆ ਹਨਾ। ਜਿਵੇਂ ਹੁਣ ਮਨਦੀਪ ਭੈਣ ਉਹਨਾਂ ਨੇ ਵੀ ਸੁਸਾਈਡ ਕੀਤਾ, ਤਾਂ ਲੋਕੀ ਕਹਿ ਰਹੇ ਨੇਗੇ ਕਿ ਅਮਰੀਕਾ ਵਰਗੇ ਦੇਸ਼ ਵਿੱਚ ਹੋ ਕੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਨਹੀਂ ਸੋਚ ਸਕਦੇ ਹਨਾ, ਜਾਂ ਅਮਰੀਕਾ ਵਰਗੇ ਦੇਸ਼ 'ਚ ਰਹਿ ਕੇ ਉਹਨੂੰ ਸੁਸਾਈਡ ਕਰਨ ਦੀ ਕੀ ਲੋੜ ਸੀਗੀ ਹਨਾ। ਵੀ ਉੱਥੇ ਤਾਂ ਹੋਰ ਬਹੁਤ ਆਪਸ਼ਨ ਸੀ, ਉਹ ਪੁਲਿਸ ਨੂੰ ਕਾਲ ਕਰ ਸਕਦੀ ਸੀ, ਉਹ ਡਾਈਵੋਰਸ ਲੈ ਸਕਦੀ ਸੀਗੀ ਹਨਾ। ਪਰ ਜਿੱਥੇ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਹੀ ਇਸ ਚੀਜ਼ ਦਾ ਵੀ ਤੁਸੀਂ ਆਪਦੇ ਪਤੀ ਦੇ ਘਰ ਹੀ ਰਹਿਣਾ ਹਨਾ। ਸਾਨੂੰ ਕੁੜੀ ਮਰੀ ਅਸੀਂ ਐਕਸੈਪਟ ਕਰ ਲੈਂਦੇ ਹਾਂ, ਪਰ ਕੁੜੀ ਦਾ ਡਿਵੋਰਸ ਹੋ ਜਾਵੇ, ਉਹ ਆਪਦਾ ਸਹੁਰਾ ਪਰਿਵਾਰ ਛੱਡ ਕੇ ਜਾਂ ਆਪਦੇ ਪਤੀ ਨੂੰ ਛੱਡ ਕੇ ਕਿਸੇ ਹੋਰ ਇੱਕ ਘਰ ਦੇ ਵਿੱਚ ਰਹਿਣ ਲੱਗ ਜਾਵੇ, ਜਾਂ ਵਾਪਸ ਆਪਣੇ ਪੇਕੇ ਰਹਿਣ ਲੱਗ ਜਾਵੇ, ਉਹ ਚੀਜ਼ ਸਾਨੂੰ ਸਹਿਣੀ ਬਹੁਤ ਔਖੀ ਲੱਗਦੀ ਆ ਹਨਾ। ਅਸੀਂ ਸਾਰਾ ਟਾਈਮ ਇਹੀ ਸੋਚਦੇ ਰਹਿੰਦੇ ਹਾਂ ਵੀ ਕੋਈ ਕੀ ਕਹੂਗਾ ਹਨਾ, ਜਾਂ ਖੁਦ ਮਾਂ-ਬਾਪ ਨੂੰ ਵੀ ਇਹੀ ਲੱਗਦਾ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਸਿਰਫ ਉਦੋਂ ਤੱਕ ਸੀਗੀ ਜਦੋਂ ਤੱਕ ਤੂੰ ਸਾਡੇ ਘਰ ਸੀਗੀ, ਹੁਣ ਤੈਨੂੰ ਅਸੀਂ ਵਿਆਹ ਕੇ ਤੇਰੇ ਘਰ ਤੋਰਤਾ ਤੇ ਹੁਣ ਤੂੰ ਵਾਪਸ ਕਦੇ ਸਾਡੇ ਘਰ ਨਹੀਂ ਆ ਸਕਦੀ ਨਾ। ਤੇ ਤੁਹਾਨੂੰ ਯਾਦ ਹੈ ਇੱਕ ਦਿਨ ਤੁਸੀਂ ਮੈਨੂੰ ਇੱਕ ਕਹਾਣੀ ਵੀ ਸੁਣਾ ਰਹੀ ਸੀ, ਚਾਬੀ ਜਾਂ ਚਾਬੀਆਂ ਦਾ ਗੁੱਛਾ, ਕੁਛ ਚਾਬੀ ਹਨਾ। ਤਾਂ ਉਹ ਵੀ ਕਿੱਡੀ ਸੋਹਣੀ ਸੀਗੀ ਵੀ ਇੱਕ ਪਿਓ ਆਪਦੀ ਧੀ ਨੂੰ ਜਦੋਂ ਤੋਰਦਾ ਤਾਂ ਉਹਨੂੰ ਉਹ ਚਾਬੀਆਂ ਦੇ ਕੇ ਤੋਰਦਾ, ਵੀ ਤਾਂ ਕਿ ਉਹਨੂੰ ਇਹ ਮਹਿਸੂਸ ਨਾ ਹੋਵੇ ਵੀ ਇਸ ਘਰ ਦੇ ਬੂਹੇ ਉਹਦੇ ਲਈ ਬੰਦ ਨੇ, ਉਹ ਹੁਣ ਵੀ ਇਸ ਘਰ 'ਚ ਆਉਣ ਦੇ ਲਈ ਉਹਨੂੰ ਇਜਾਜ਼ਤ ਦੀ ਲੋੜ ਨਹੀਂ ਹੈ ਤੇ ਕਦੋਂ ਵੀ ਆ ਸਕਦੀ ਹੈ ਨਾ। ਤੇ ਫਿਰ ਵੀ ਜਦੋਂ ਉਹਦਾ ਆਫਟਰ ਮੈਰਿਜ ਉਹਦੇ ਕੁਝ ਕਲੈਸ਼ਿਸ ਹੁੰਦੇ ਨੇ, ਤਾਂ ਜਦੋਂ ਵਾਪਸ ਆਉਂਦੇ ਆ ਤਾਂ ਵੀ ਉਹਦੇ ਘਰ 'ਚ ਆ ਕੇ ਉਹਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇਗੀਆਂ ਕਿ ਨਹੀਂ, ਇਹ ਘਰ ਸਿਰਫ ਉਦੋਂ ਤੱਕ ਹੀ ਮੇਰਾ ਸੀ ਜਦੋਂ ਤੱਕ ਮੈਂ ਕੁਆਰੀ ਸੀਗੀ, ਤੇ ਹੁਣ ਮੈਨੂੰ ਚਾਬੀਆਂ ਦੇਣ ਦੇ ਨਾਲ ਵੀ ਇਹ ਘਰ ਮੇਰਾ ਨਹੀਂ ਹੋਇਆ। ਤੇ ਫਿਰ ਉਹ ਮਤਲਬ ਚਾਬੀਆਂ ਪਰਵੇਜ਼ ਸੰਧੂ ਹੁਣਾਂ ਨੇ ਕਹਾਣੀ ਲਿਖੀ ਹਨਾ। ਪਰ ਇਹਨਾਂ ਚੀਜ਼ਾਂ ਦੇ ਕਿੰਨੇ ਜ਼ਿਆਦਾ ਫੈਕਟਰ ਨੇ ਡੋਮੈਸਟਿਕ ਵਾਇਲੈਂਸ ਦੇ। ਜਦੋਂ ਥੱਪੜ ਫਿਲਮ ਵੀ ਆਈ ਸੀ ਨਾ ਤਾਪਸੀ ਪੰਨੂ ਹੋਰਾਂ ਦੀ, ਤਾਂ ਬਹੁਤ ਸਾਰੀਆਂ ਕੁੜੀਆਂ ਨੇ ਵੀ ਤੇ ਮੁੰਡਿਆਂ ਨੇ ਵੀ ਇਹ ਚੀਜ਼ਾਂ ਲਿਖੀਆਂ ਸੀਗੀਆਂ ਕਿ ਅੱਜ ਕੱਲ੍ਹ ਨਾ ਵੀ ਥੋੜ੍ਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਕਰਕੇ ਦਿਖਾਇਆ ਜਾਂਦਾ ਵਾ ਵੀ ਫਿਰ ਕੀ ਹੋ ਗਿਆ, ਇੱਕ ਥੱਪੜ ਹੀ ਸੀਗਾ ਹਨਾ। ਵੀ ਇਹ ਤਾਂ ਆਮ ਬੈਸਣਾ ਜਾਂ ਲੜਨਾ ਜਾਂ ਝਗੜਨਾ ਵੀ ਮਾੜਾ ਮੋਟਾ ਤਾਂ ਇੰਨਾ ਕੁ ਤਾਂ ਵਿਆਹ 'ਚ ਹੁੰਦਾ ਹੀ ਆ। ਵਿਆਹ ਨੂੰ ਸਕਸੈਸਫੁਲ ਕਰਨ ਦੇ ਲਈ ਇੰਨੀਆਂ ਕੁ ਚੀਜ਼ਾਂ ਤਾਂ ਤੁਹਾਨੂੰ ਸਹਿਣੀਆਂ ਪੈਂਦੀਆਂ ਨੇ ਹਨਾ। ਪਰ ਉਹਦੇ ਵਿੱਚ ਨਾ ਇੱਕ ਔਰਤ ਦੀ ਮਾਨਸਿਕਤਾ ਦਿਖਾਈ ਗਈ ਆ ਵੀ ਜਿਹੜੀ ਸਾਰਾ ਘਰ ਸਾਂਭਦੀ ਆ, ਨਿੱਕੇ ਨਿੱਕੇ ਉਹਦੇ ਰੁਮਾਲ ਤੱਕ ਤੋਂ ਲੈ ਕੇ ਉਹਦੇ ਮਤਲਬ ਆਫਿਸ ਵਾਲੇ ਬੈਗ ਤੱਕ ਦਾ ਵੀ ਉਹ ਸਾਰਾ ਧਿਆਨ ਰੱਖਦੀ ਆ ਨਾ। ਤਾਂ ਉੱਥੇ ਜਦੋਂ ਉਹਦੇ ਥੱਪੜ ਮਾਰਦਾ ਤੇ ਉਹਨੂੰ ਉਹ ਚੀਜ਼ ਕਿੰਨੀ ਹਰਟ ਕਰਦੀ ਆ ਹਨਾ। ਉਹ ਤੁਹਾਨੂੰ ਮੈਂਟਲੀ ਵੀ ਉਹ ਚੀਜ਼ਾਂ ਉਹਦੇ 'ਚ ਦਿਖਾਈਆਂ ਗਈਆਂ ਵੀ ਤੁਹਾਡੇ ਵੱਲੋਂ ਤਾਂ ਜਸਟ ਇੱਕ ਥੱਪੜ ਸੀ ਜਿਹੜਾ ਕਿ ਉਸ ਟਾਈਮ ਤੁਸੀਂ ਗੁੱਸੇ ਸੀ, ਤੁਹਾਡਾ ਐਕਸ਼ਨ ਦਾ ਰਿਐਕਸ਼ਨ ਸੀਗਾ ਉਹ, ਪਰ ਉਸ ਇੱਕ ਥੱਪੜ ਨੇ ਉਸ ਕੁੜੀ ਨੂੰ ਕਿਸ ਹੱਦ ਤੱਕ ਤੋੜਦਾ ਹਨਾ। ਤੇ ਇਹ ਚੀਜ਼ਾਂ ਮੈਟਰ ਕਰਦੀਆਂ ਨੇਗੀਆਂ।
ਚਾਹੇ ਤੁਸੀਂ ਗਲਤ ਹੋ ਚਾਹੇ ਤੁਸੀਂ ਸਹੀ ਹੋ, ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਹੱਥ ਚੱਕਣਾ ਕਦੇ ਵੀ ਸਹੀ ਨਹੀਂ ਹੁੰਦਾ, ਕਦੇ ਵੀ ਸਹੀ ਨਹੀਂ ਹੁੰਦਾ। ਤੇ ਜਿਸ ਕੁੜੀ ਦੇ ਨਾਲ ਜਿਸ ਮੁੰਡੇ ਦੇ ਨਾਲ ਵੀ ਇਹ ਚੀਜ਼ਾਂ ਵਾਪਰਦੀਆਂ ਨੇ ਤਾਂ ਉਹਨੂੰ ਬੋਲਣਾ ਚਾਹੀਦਾ ਹੈ ਨਾ। ਤੇ ਹੁਣ ਆਪਾਂ ਕਹਿ ਸੀਗੇ ਵੀ ਆਪਾਂ ਰਵਾਨਗੀ 'ਚ ਗੱਲ ਰੱਖਾਂਗੇ, ਤੇ ਸੁਖਵਿੰਦਰ ਅੰਮ੍ਰਿਤ ਹੋਰਾਂ ਦੀ ਜਿਹੜੀ ਇੱਕ ਕਵਿਤਾ ਵਾ ਇਹ ਮੈਨੂੰ ਬਹੁਤ ਚੰਗੀ ਲੱਗਦੀ। ਮੈਂ ਚਾਹੁੰਦੀ ਕਿ ਅੱਜ ਵੀ ਆਪਾਂ ਇਸ ਕਵਿਤਾ ਨੂੰ ਬੋਲੀਏ। ਉਹ ਲਿਖਦੇ ਨੇ ਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ ਨੇ, ਤੁੱਕ ਤੁੱਕ ਕੇ ਜਿਉਂਦੀਆਂ ਨੇ ਤੇ ਝੁਕ ਝੁਕ ਕੇ ਤੁਰਦੀਆਂ ਨੇ। ਨਾ ਉੱਚਾ ਬੋਲਦੀਆਂ ਨੇ ਨਾ ਉੱਚਾ ਹੱਸਦੀਆਂ, ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ। ਬਸ ਧੂਏ ਦੇ ਪੱਜ ਰੋਂਦੀਆਂ ਤੇ ਕੰਧਾਂ ਓਲੇ ਘੁੱਗ ਵਸਦੀਆਂ। ਕੁੜੀਆਂ ਤਾਂ ਸ਼ਰਮ ਹਿਆ ਦੀਆਂ ਪੁਤਲੀਆਂ ਹੁੰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ। ਕਿ ਕੁੜੀਆਂ ਤਾਂ ਨਿਰੀਆਂ ਗਊ ਹੁੰਦੀਆਂ, ਜਿਹਦੇ ਕਿੱਲੇ ਨਾਲ ਬੰਨ੍ਹ ਦੇ ਉਹ ਬੱਝੀਆਂ ਰਹਿੰਦੀਆਂ। ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ। ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ। ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ। ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੋਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਬਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਠਟਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ। ਤੂੰ ਮਾਣ ਨਾਲ ਜਿਉਈ ਮਾਣ ਨਾਲ ਹੀ ਮਰੀ, ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ, ਸ਼ਾਇਦ ਇਸ ਤੋਂ ਵੀ ਵੱਧ ਸੋਹਣਾ, ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ। ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਸ਼ਾਇਦ ਯੁੱਗ ਇੱਦਾਂ ਹੀ ਪਲਟਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਹਾਲੇ ਵੀ ਬਹੁਤਾ ਕੁਛ ਨਹੀਂ ਬਦਲਿਆ। ਹਾਲੇ ਵੀ ਮਾਵਾਂ ਧੀਆਂ ਨੂੰ ਇਹੀ ਕਹਿੰਦੀਆਂ ਨੇ ਕਿ ਤੁਸੀਂ ਵਿਆਹੇ ਗਏ ਤਾਂ ਤੁਸੀਂ ਆਪਣੇ ਘਰ ਹੀ ਸੋਹਣੇ ਲੱਗਦੇ ਹੋ। ਬਿਲਕੁਲ, ਮੈਂ ਕਹਿੰਦੀ ਵੀ ਇਹੀ ਗੱਲ ਕਹਿਣ ਲੱਗੀ ਸੀ ਤੁਹਾਨੂੰ ਕਿ ਦੇਖੋ ਜਿੱਥੇ ਮਰਜ਼ੀ ਅਸੀਂ ਪੜ੍ਹ ਲਿਆ ਹੈ ਨਾ, ਜਿੱਥੇ ਮਰਜ਼ੀ ਅਸੀਂ ਰਹਿ ਲਿਆ, ਪਰ ਅਸੀਂ ਨਿਕਲੇ ਕਿੱਥੋਂ ਆ? ਅਸੀਂ ਉਸ ਘਰ ਚੋਂ ਨਿਕਲ ਕੇ ਆਏ ਹੁੰਦੇ ਆ ਜਿੱਥੇ ਸੱਚੀ ਤੁਹਾਨੂੰ ਇਹੀ ਚੀਜ਼ਾਂ ਕਹਿ ਕੇ ਤੋਰਿਆ ਜਾਂਦਾ। ਮਤਲਬ ਤੁਸੀਂ ਆਪਣੀ ਮਾਂ ਨੂੰ ਕਦੇ ਕੋਈ ਆਪਣੀ ਸਮੱਸਿਆ ਸਾਂਝੀ ਕਰਕੇ ਦੇਖੋਗੇ ਨਾ, ਉਹ ਤੁਹਾਨੂੰ ਕਹਿਣਗੇ ਕਿ ਨਹੀਂ ਥੋੜ੍ਹਾ ਜਿਹਾ ਵਕਤ ਦੇ ਚੀਜ਼ਾਂ ਨੂੰ, ਥੋੜ੍ਹਾ ਜਿਹਾ ਸਮਾਂ ਹੋਰ ਲੱਗੂਗਾ ਜੇ, ਹੈ ਨਾ। ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਤੁਹਾਡੀ ਤਕਲੀਫ ਦਾ ਅਹਿਸਾਸ ਨਹੀਂ ਹੋ ਰਿਹਾ ਹੁੰਦਾ, ਕਿਉਂਕਿ ਉਹਨਾਂ ਨੇ ਵੀ ਇਹੀ ਚੀਜ਼ਾਂ ਸਿੱਖੀਆਂ ਹੁੰਦੀਆਂ ਨੇ। ਤੁਹਾਨੂੰ ਪਤਾ ਕਈ ਵਾਰੀ ਤਾਂ ਮਤਲਬ ਉਹ 1 ਸਾਲ ਹੋਰ ਉਡੀਕ ਕਰ 1 ਸਾਲ ਹੋਰ ਉਡੀਕ ਕਰ ਕਿਸੇ ਬੰਦੇ ਨੂੰ ਸੁਧਾਰਨ ਦੀ, ਤੁਹਾਡੀ ਪੂਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਕਿਸੇ ਬੰਦੇ 'ਚ ਕੋਈ ਤਬਦੀਲੀ ਨਹੀਂ ਆਉਂਦੀ ਹੁੰਦੀ। ਜਦੋਂ ਆਪਣੇ ਕਹਿੰਦੇ ਹੁੰਦੇ ਆ ਨਾ ਵੀ ਜਿਸ ਘਰ ਚੱਲੀਆਂ ਤੇਰੀ ਉੱਥੋਂ ਅਰਥੀ ਹੋਈ ਉੱਠਣੀ ਚਾਹੀਦੀ ਆ, ਹੈ ਨਾ। ਤੇ ਉਹ ਕਿੱਡੀ ਵੱਡੀ ਮਤਲਬ ਇੱਕ ਲਾਨਤ ਵਰਗੀ ਚੀਜ਼ ਆ ਕੁੜੀ ਦੇ ਨਾਂ ਤੇ, ਵੀ ਜਿਹੜੀ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਆਪਣੀ ਧੀ ਵਿਆਹ ਰਹੇ ਹੋ ਕਿ ਆਪਣੇ ਘਰੋਂ ਕੋਈ ਬਿਮਾਰੀ ਕੱਢ ਰਹੇ ਹੋ, ਹੈ ਨਾ, ਵੀ ਜਿਹਦੇ ਕਰਕੇ ਤੁਹਾਨੂੰ ਲੱਗਦਾ ਵੀ ਤੂੰ ਵਾਪਸ ਨਹੀਂ ਕਿਸੇ ਵੀ ਹਾਲਾਤ 'ਚ ਆਉਣੀ ਚਾਹੀਦੀ। ਤੇ ਜਿੱਥੇ ਕੁੜੀਆਂ ਨੂੰ ਇਹ ਸਾਰੀਆਂ ਸਿੱਖਿਆਵਾਂ ਦੇ ਕੇ ਤੋਰਿਆ ਜਾਂਦਾ, ਉਹ ਚਾਹੇ ਮੈਂ ਕਹਿੰਦੀ ਹਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਣਗੀਆਂ, ਉਹ ਕਦੇ ਵੀ ਹਿੰਮਤ ਨਹੀਂ ਕਰ ਸਕਦੀਆਂ ਕਿ ਉਹ ਇਹੋ ਜਿਹੇ ਕਿਸੇ ਰਿਸ਼ਤੇ ਤੋਂ ਬਾਹਰ ਆ ਜਾਣ ਜਿੱਥੇ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ, ਜਿੱਥੇ ਉਹਨਾਂ 'ਤੇ ਮਾਨਸਿਕ ਤਸ਼ੱਦਦ ਹੋ ਰਿਹਾ। ਮੈਨੂੰ ਲੱਗਦਾ ਉਹਨਾਂ ਨੂੰ ਉਹ ਮਾਨਸਿਕ ਤਸ਼ੱਦਦ ਤੇ ਉਹ ਕੁੱਟਮਾਰ ਆ ਜਿਹੜੀ ਉਹ ਸਹਿਣੀ ਸੌਖੀ ਲੱਗਦੀ ਆ ਸੁਸਾਇਟੀ ਦੇ ਤਸ਼ੱਦਦ ਨਾਲੋਂ, ਤੇ ਆਪਣੇ ਮਾਂ ਪਿਓ ਵੱਲੋਂ ਦਿੱਤੀਆਂ ਉਹੋ ਜਿਹੀਆਂ ਸਿੱਖਿਆਵਾਂ ਜਿਹੜੀਆਂ ਕਹਿ ਦਿੰਦੀਆਂ ਨੇ ਕਿ ਜੇ ਤੂੰ ਤਲਾਕਸ਼ੁਦਾ ਹੋਏਂਗੀ ਤਾਂ ਤੇਰੇ ਛੋਟੇ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਹੋਣਾ, ਸਾਨੂੰ ਲੋਕਾਂ ਤੋਂ ਤਾਨੇ ਸੁਣਨੇ ਪੈਣਗੇ, ਹੈ ਨਾ। ਤਾਂ ਮਨਦੀਪ ਦਾ ਕੇਸ ਬਿਲਕੁਲ ਐਵੇਂ ਦਾ ਹੀ ਲੱਗਦਾ। ਜਦੋਂ ਤੁਸੀਂ ਕਿਸੇ ਕੁੜੀ ਨਾਲ ਗੱਲ ਕਰਦੇ ਹੋ ਜਿਹੜੀ ਤੁਹਾਨੂੰ ਆਪਣੀ ਸਮੱਸਿਆ ਦੱਸੂਗੀ ਕਿ ਮੇਰੇ ਨਾਲ ਆਹ ਚੀਜ਼ਾਂ ਹੋ ਰਹੀਆਂ, ਤੁਸੀਂ ਉਹਨੂੰ ਕਹੋਗੇ ਵੀ ਤੂੰ ਅਲੱਗ ਹੋ ਜਾ, ਤੂੰ ਤਲਾਕ ਲੈ ਲਾ, ਉਹ ਕਹੂਗੀ ਮੈਂ ਕਮਾਉਂਦੀ ਨਹੀਂ, ਹੈ ਨਾ। ਜਾਂ ਫਿਰ ਮੈਂ ਆਪਾਂ ਆਪਣੇ ਮੁਲਕ ਦੀ ਮੈਂ ਕੀ ਕਰੂੰਗੀ। ਆਪਾਂ ਆਪਣੇ ਮੁਲਕ ਦੀ ਗੱਲ ਕਰਦੇ ਹੁੰਦੇ ਹਾਂ ਵੀ ਇੱਥੇ ਲੋਕ ਗੱਲਾਂ ਕਰਨਗੇ, ਮੇਰੇ ਮਾਂ ਪਿਓ ਨੇ ਨਹੀਂ ਮੈਨੂੰ ਰੱਖਣਾ, ਮੇਰੇ ਰਿਸ਼ਤੇਦਾਰ ਨਹੀਂ ਮੈਨੂੰ ਪੁੱਛਣਗੇ। ਉੱਥੇ ਤਾਂ ਉਹਦੇ ਕੋਲ ਸਭ ਕੁਝ ਸੀਗਾ, ਉਹ ਕਮਾ ਵੀ ਰਹੀ ਸੀ, ਉਹਦੇ ਕੋਈ ਰਿਸ਼ਤੇਦਾਰ ਵੀ ਉਹਨੂੰ ਜਵਾਬਦੇਹੀ ਕਰਨ ਵਾਲੇ ਨਹੀਂ ਸੀ ਕਿ ਜਿਨ੍ਹਾਂ ਨੇ ਉਹਨੂੰ ਰੋਜ਼ ਆ ਕੇ ਪੁੱਛਣਾ ਸੀ ਕਿ ਤੇਰਾ ਤਲਾਕ ਕਿਉਂ ਹੋ ਗਿਆ। ਫਿਰ ਵੀ ਉਹ ਕੁੜੀ ਸਹੀ ਗਈ, ਕਿਉਂਕਿ ਸੱਚੀ ਸਾਡੇ ਮੈਨੂੰ ਲੱਗਦਾ ਵੀ ਇਹਦੇ 'ਚ ਸਾਡੇ ਮਾਂ ਪਿਓ ਵੀ ਬਹੁਤ ਜ਼ਿਆਦਾ ਕਸੂਰਵਾਰ ਹੁੰਦੇ ਆ। ਜੇ ਤੁਹਾਡੇ 4 ਮੁੰਡੇ ਨੇ, ਹੈ ਨਾ, ਤੁਸੀਂ ਉਹਨਾਂ 4 ਨੂੰ ਜਾਇਦਾਦ ਦੇ ਸਕਦੇ ਹੋ, ਪਰ ਜਦੋਂ ਤੁਹਾਡੇ ਇੱਕ ਕੁੜੀ ਆ ਤੇ ਤੁਸੀਂ ਉਹਨੂੰ ਇੱਕ ਹਿੱਸਾ ਨਹੀਂ ਦੇ ਕੇ ਆਪਣੇ ਕੋਲ ਰੱਖ ਸਕਦੇ, ਹੈ ਨਾ।
ਤੁਹਾਡੇ ਮੁੰਡਿਆਂ ਦੀ ਜ਼ਿੰਦਗੀ 'ਚ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਝੱਟ ਦਖਲਅੰਦਾਜ਼ੀ ਕਰਦੇ ਹੋ ਹਨਾ। ਉੱਥੇ ਵੀ ਇੱਕ ਬਗਾਨੀ ਧੀ ਹੁੰਦੀ ਹੈ ਜਿਹਦੇ ਤੇ ਤੁਸੀਂ ਰੋਬ ਬਣਾਉਂਦੇ ਹੋ ਵੀ ਨਹੀਂ ਸਾਡੇ ਮੁੰਡੇ ਨਾਲ ਤੂੰ ਆਹ ਚੀਜ਼ ਨਹੀਂ ਕਰ ਸਕਦੀ। ਪਰ ਜਦੋਂ ਤੁਹਾਡੀ ਧੀ ਤੇ ਮਸਲਾ ਆਉਂਦਾ ਫਿਰ ਤੁਸੀਂ ਜਿਹੜੀ ਧੀ ਨੂੰ ਕੁਆਰੇ ਹੁੰਦੇ ਤੁਸੀਂ ਕਹਿੰਦੇ ਹੋ ਨਾ ਵੀ ਕੋਈ ਅੱਖ ਚੁੱਕ ਕੇ ਨਾ ਦੇਖ ਲਵੇ ਹਨਾ। ਉਹੀ ਤੁਹਾਡੀ ਧੀ 8 ਸਾਲ ਤੋਂ ਕੁੱਟ ਖਾ ਰਹੀ ਸੀ ਤੇ ਮਾਂ ਪਿਓ ਨੇ ਉਸ ਚੀਜ਼ 'ਚ ਇੱਕ ਕੇਸ ਕਰਨ ਤੋਂ ਇਲਾਵਾ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਹੈ ਨਾ। ਆਪਾਂ ਕਹਿ ਦਿੰਦੇ ਹਾਂ ਵੀ ਔਰਤਾਂ ਸਮਝੌਤਾ ਕਰ ਲੈਂਦੀਆਂ ਨੇ ਵੀ ਚਲੋ ਮੈਂ ਆਪਣੇ ਬੱਚੇ ਪਾਲਣੇ ਨੇ, ਮੈਂ ਇਸ ਬੰਦੇ ਨੂੰ ਇੱਕ ਹੋਰ ਮੌਕਾ ਦੇਵਾਂ ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਕੋਈ ਵੀ ਬੰਦਾ ਜਦੋਂ ਤੁਹਾਡੇ ਨਾਲ ਝੂਠ ਬੋਲ ਗਿਆ ਉਹਨੇ ਉਹ ਪਹਿਲੀ ਵਾਰ ਨਹੀਂ ਬੋਲਿਆ ਹੁੰਦਾ। ਕਿਸੇ ਬੰਦੇ ਨੇ ਵੀ ਜਦੋਂ ਤੁਹਾਡੇ ਚਪੇੜ ਮਾਰੀ ਆ ਤਾਂ ਉਹਨੇ ਪਹਿਲੀ ਵਾਰ ਨਹੀਂ ਮਾਰੀ ਹੁੰਦੀ, ਉਹਦੀ ਫਿਤਰਤ ਹੁੰਦੀ ਹੈ ਇਹ ਸਭ ਕਰਨ ਦੀ ਹੈ ਨਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਜਦੋਂ ਕੋਈ ਬੰਦਾ ਸ਼ਰਾਬ ਪੀ ਕੇ ਆਉਂਦਾ ਹੈ ਨਾ, ਮੋਸਟਲੀ ਉਹ ਘਰ 'ਚ ਆਪਣੀ ਵਾਈਫ ਨੂੰ ਕੁੱਟਦਾ ਜਾਂ ਉਹਦੇ ਨਾਲ ਉਹ ਦੁਰਵਿਹਾਰ ਕਰਦਾ ਹੈ ਨਾ। ਪਰ ਕੀ ਕਦੀ ਕਿਸੇ ਬੰਦੇ ਨੇ ਮਤਲਬ ਬਹੁਤ ਜ਼ਿਆਦਾ ਕੇਸਾਂ 'ਚ ਕਿ ਸ਼ਰਾਬ ਪੀ ਕੇ ਉਹ ਆਪਣੀ ਮਾਂ ਨੂੰ ਵੀ ਕੁੱਟਦਾ, ਸ਼ਰਾਬ ਪੀ ਕੇ ਉਹ ਆਪਣੀ ਭੈਣ ਨੂੰ ਵੀ ਕੁੱਟਦਾ, ਕਦੀ ਨਹੀਂ ਕੁੱਟਦਾ ਕਿ ਉਹ ਆਪਣੇ ਪਿਓ ਨੂੰ ਵੀ ਕੁੱਟਦਾ ਤੇ ਦੂਜੇ ਦਿਨ ਉਹ ਕਹੂਗਾ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਨਾ। ਤੇ ਫਿਰ ਤੁਸੀਂ ਕਹਿੰਦੇ ਹੋ ਵੀ ਚਲੋ ਕੋਈ ਨਹੀਂ ਤੇ ਤੂੰ ਪੀਤੀ ਖਾਦੀ 'ਚ ਹੋ ਗਈ ਹੈ ਨਾ। ਤੇ ਪਰ ਜੇ ਤੁਸੀਂ ਉਸੇ ਦਿਨ ਇਹ ਚੀਜ਼ਾਂ ਸੋਚਣੀਆਂ ਸ਼ੁਰੂ ਕਰੋ ਵੀ ਜਦੋਂ ਇਹ ਘਰੇ ਆਏ ਸੀ ਇਹਨੇ ਆਪਣੀ ਮਾਂ ਦੇ ਚਪੇੜ ਕਿਉਂ ਨਹੀਂ ਮਾਰੀ, ਇਹਨੇ ਆਪਣੇ ਪਿਓ ਦੇ ਕਿਉਂ ਨਹੀਂ ਮਾਰੀ, ਫਿਰ ਤੁਹਾਨੂੰ ਪਤਾ ਲੱਗਦਾ ਕਿ ਅਸਲ 'ਚ ਉਹ ਬੰਦਾ ਤੁਹਾਨੂੰ ਰਿਸਪੈਕਟ ਹੀ ਇੰਨੀ ਕੁ ਦੇ ਰਿਹਾ, ਉਹਦੀ ਆਦਤ ਹੀ ਇੰਨੀ ਕੁ ਇੱਜ਼ਤ ਦੇਣ ਦੀ ਹੈ ਨਾ। ਤੇ ਉੱਥੇ ਮੈਨੂੰ ਲੱਗਦਾ ਔਰਤਾਂ ਨੂੰ ਪਹਿਲਾਂ ਹੀ ਇਹ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ ਨੇ ਕਿ ਕਿਸ ਕੁ ਚੀਜ਼ ਨੂੰ ਮੈਂ ਸਹਿ ਸਕਦੀ ਹਾਂ, ਕਿਸ ਚੀਜ਼ ਨੂੰ ਨਹੀਂ ਸਹਿ ਸਕਦੀ। ਔਰ ਜੇ ਚੀਜ਼ ਇੰਨੀ ਵੱਡੀ ਹੈ ਕਿ ਕੱਲ੍ਹ ਨੂੰ ਤੁਸੀਂ ਆਪਣੀ ਜਾਨ ਤਾਂ ਦੇ ਸਕੋ ਪਰ ਤੁਸੀਂ ਉਸ ਰਿਸ਼ਤੇ 'ਚੋਂ ਬਾਹਰ ਨਹੀਂ ਆ ਸਕਦੇ, ਮੈਨੂੰ ਲੱਗਦਾ ਫਿਰ ਤੁਹਾਨੂੰ ਪਹਿਲੇ ਦਿਨ ਹੀ ਨਾ ਕਹਿਣ ਵਾਲੀ ਆਦਤ ਆ ਜਿਹੜੀ ਬਣਾਉਣੀ ਚਾਹੀਦੀ ਹੈ। ਦੂਜਾ ਨਾ ਜਿਵੇਂ ਵੀਨਾ ਵਰਮਾ ਹੋਰਾਂ ਦਾ ਆਪਾਂ ਜ਼ਿਕਰ ਕੀਤਾ ਸੀਗਾ ਤਾਂ ਉਹ ਆਪਣੀ ਇੱਕ ਹੋਰ ਕਹਾਣੀ 'ਚ ਜ਼ਿਕਰ ਕਰਦੇ ਨੇ ਵੀ ਜਿਹੜਾ ਔਰਤ ਦਾ ਮਨ ਹੁੰਦਾ ਨਾ ਉਹ ਕੋਮਲ ਹੁੰਦਾ ਆ। ਉਹ ਜੇ ਉਹਦੇ ਸਾਹਮਣੇ ਕੋਈ ਗਲਤੀ ਕਰਦਾ ਉਹਨੂੰ ਗੁੱਸਾ ਵੀ ਬਹੁਤ ਆਉਂਦਾ ਤੇ ਜੇ ਕੋਈ ਉਹਦੇ ਸਾਹਮਣੇ ਉਸੇ ਗਲਤੀ ਦਾ ਕਿ ਪਛਤਾਵਾ ਕਰਦਾ ਤੇ ਉਹਨੂੰ ਮਾਫ ਵੀ ਝੱਟ ਹੀ ਕਰ ਦਿੰਦੀਆਂ ਹੈ ਨਾ। ਜਿਵੇਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਔਰਤਾਂ ਨੇ ਜਿਹੜੀਆਂ ਉਹ ਬਹੁਤ ਹੱਦ ਤੱਕ ਚੀਜ਼ਾਂ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਜਿਵੇਂ ਤੁਸੀਂ ਕਿਹਾ ਉਹ ਕਿੰਨੀਆਂ ਚੀਜ਼ਾਂ ਸੋਚਦੀਆਂ ਨੇ ਕਿ ਆਪਦੇ ਮਾਪਿਆਂ ਬਾਰੇ ਸੋਚਣਗੀਆਂ, ਪਿੱਛੇ ਬੱਚੇ ਨੇ ਤਾਂ ਬੱਚਿਆਂ ਬਾਰੇ ਸੋਚਣਗੀਆਂ ਨਾ। ਤੇ ਦੂਸਰਾ ਉਹਨੂੰ ਉਹ ਵੀ ਚੀਜ਼ਾਂ ਡਰਾਉਂਦੀਆਂ ਨੇ ਨਾ ਭੈਣੇ, ਇੱਕ ਡਾਈਵੋਰਸ ਤੋਂ ਬਾਅਦ ਜਦੋਂ ਕੁੜੀ ਸੁਸਾਇਟੀ ਦੇ ਵਿੱਚ ਜਾਂਦੀ ਆ ਤਾਂ ਉਹਨੂੰ ਅੱਗੇ ਰਿਐਕਸ਼ਨ ਕਿੱਦਾਂ ਦਾ ਮਿਲਦਾ ਹੈ ਨਾ, ਉਹ ਚੀਜ਼ਾਂ ਵੀ ਉਹਨੂੰ ਡਰਾਉਂਦੀਆਂ ਨੇ। ਤੂੰ ਉਹਨੂੰ ਮਤਲਬ ਉਹ ਚੀਜ਼ਾਂ ਸੁਣਨ ਨਾਲੋਂ ਉਹਨੂੰ ਮਰਨਾ ਸੌਖਾ ਲੱਗਦਾ ਵਾ ਕਿਉਂਕਿ ਉਹ ਚੀਜ਼ਾਂ ਤੋਂ ਸੁਣੀ ਨਹੀਂ ਹੁੰਦੀਆਂ ਹੈ ਨਾ। ਹੁਣ ਆਪਾਂ ਵੀ ਕਿਸੇ ਦਾ ਡਾਈਵੋਰਸ ਹੋਇਆ ਹੋਵੇ, ਮੰਨ ਲਓ ਡੋਮੈਸਟਿਕ ਵਾਇਲੈਂਸ ਕਰਕੇ ਹੀ ਉਹਨਾਂ ਦਾ ਡਾਈਵੋਰਸ ਹੋ ਗਿਆ ਤਾਂ ਆਪਾਂ ਵੀ ਇਹ ਸੋਚਦੇ ਹਾਂ ਵੀ ਪਤਾ ਨਹੀਂ ਵਿਚਲੀ ਗੱਲ ਹੁਣ ਪਤਾ ਨਹੀਂ ਕੀ ਆ, ਭਾਈ ਉਹ ਕਹਿੰਦੇ ਨੇ ਵੀ ਮਾਰਦਾ ਕੁੱਟਦਾ ਸੀਗਾ। ਆਪਾਂ ਵੀ ਉੱਥੇ ਇੱਕ ਕੁਐਸਚਨ ਆਪਣੇ ਦਿਮਾਗ 'ਚ ਵੀ ਤਾਂ ਆਪਾਂ ਪਾਉਣੇ ਹੀ ਪਾਉਣੇ ਆ ਨਾ ਕਿਉਂਕਿ ਆਪਣੇ ਇੱਥੇ ਹੁੰਦਾ ਵੀ ਕੁੱਟ ਖਾਈ ਚੱਲੋ, ਨਰਕ ਭਰੀ ਜ਼ਿੰਦਗੀ ਜਿਉਈ ਚੱਲੋ, ਤੁਸੀਂ ਸਾਰਿਆਂ ਦੇ ਥੱਲੇ ਲੱਗ ਕੇ ਤੁਸੀਂ ਰਹੀ ਚੱਲੋ, ਤੁਹਾਡਾ ਆਪਣਾ ਆਪ ਭਾਵੇਂ ਕੁਛ ਨਾ ਰਹੇ ਪਰ ਸਾਡੀ ਇੱਜ਼ਤ ਬਣਾ ਕੇ ਰੱਖਣ ਦੇ ਲਈ ਅਸੀਂ ਲੋਕਾਂ 'ਚ ਬੈਠ ਕੇ ਗੱਲ ਕਰ ਸਕੀਏ ਤਾਂ ਤੁਸੀਂ ਸਿਰਫ ਆਪਦੇ ਸਾਨੂੰ ਸਹੁਰੇ ਘਰੇ ਹੀ ਦਿਸਣੇ ਚਾਹੀਦੇ ਹੋ ਨਾ। ਸੋ ਆਪਣੇ ਨਾ ਜਿਵੇਂ ਪਿੱਛੇ ਜੇ ਕਿਸੇ ਨੇ ਇਹ ਵੀ ਮੁੱਦਾ ਚੱਕਿਆ ਸੀਗਾ ਵੀ ਡਾਈਵੋਰਸ ਨੂੰ ਨਾਰਮਲ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ ਤਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਫੈਮਿਨਿਸਟਾਂ ਨੂੰ ਹੁਣ ਨਵਾਂ ਹੀ ਭੂਤ ਸਵਾਰ ਹੋ ਗਿਆ, ਹੁਣ ਇਹ ਲੋਕਾਂ ਦੇ ਘਰ ਤੋੜਨਗੀਆਂ। ਨਹੀਂ, ਔਰਤ ਬਾਰੇ ਗੱਲ ਕਰਨਾ ਫੈਮਿਨਿਜ਼ਮ ਨਹੀਂ ਹੁੰਦਾ ਹੈ ਨਾ। ਚਿਰਾਂ ਤੋਂ ਇਹਨਾਂ ਚੀਜ਼ਾਂ ਤੇ ਚਰਚਾ ਚੱਲਦੀ ਆ ਰਹੀ ਹੈ ਤੇ ਚੱਲਦੀ ਰਹੂਗੀ ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਫੈਮਿਨਿਜ਼ਮ ਹੁੰਦਾ ਕੀ ਆ, ਫੈਮਿਨਿਸਟ ਇੱਕ ਕੀ ਹੁੰਦੀ ਆ, ਇਹਦੇ ਬਾਰੇ ਹਾਲੇ ਤੱਕ ਸਾਨੂੰ ਪਤਾ ਹੀ ਨਹੀਂ ਹੈਗਾ। ਹੁਣ ਜੇ ਮੰਨ ਲਓ ਮੈਂ ਹੁਣ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗੀ ਤਾਂ ਕੀ ਮੈਂ ਧਰਮ ਨੂੰ ਪਿਆਰ ਨਹੀਂ ਕਰਦੀ, ਜਾਂ ਕੀ ਮੈਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਨਹੀਂ ਟੇਕਦੀ ਹੋਊਗੀ, ਜਾਂ ਮੇਰੇ ਘਰ ਦੇ ਵਿੱਚ ਕੋਈ ਮਤਲਬ ਪਾਠ ਪੂਜਾ ਨਹੀਂ ਹੁੰਦੀ ਹੋਊਗੀ, ਹੁੰਦੀ ਤਾਂ ਹੋਊਗੀ ਕਿ ਨਾ। ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਕਿਸੇ ਦੇ ਜੇ ਵਾਲ ਕੱਟੇ ਹੋਏ ਨੇ ਤਾਂ ਯਾਰ ਇਹ ਧਰਮ ਦਾ ਬੰਦਾ ਨਹੀਂ ਹੈਗਾ ਹੈ ਨਾ। ਸੋ ਉਵੇਂ ਇਹ ਲੱਗਦਾ ਵਾ ਵੀ ਜੇ ਕੋਈ ਔਰਤ ਦੀ ਗੱਲ ਕਰਦੀ ਹੈ ਜਾਂ ਔਰਤਾਂ ਦੇ ਮੁੱਦਿਆਂ ਤੇ ਗੱਲ ਕਰਦੀ ਆ ਤਾਂ ਇਹਦਾ ਮਤਲਬ ਉਹ ਫੈਮਿਨਿਸਟ ਆ, ਉਹ ਫੈਮਿਨਿਜ਼ਮ ਜ਼ਿਆਦਾ ਖਿਲਾਰਦੀਆਂ ਨੇ ਹੈ ਨਾ। ਹਾਲੇ ਤੱਕ ਸਾਡੇ ਕੁੜੀਆਂ ਦਾ ਮਰਨ ਦਾ ਬਹੁਤ ਵੱਡਾ ਰੀਜ਼ਨ ਇਹ ਵੀ ਆ ਜਿਹੜੀਆਂ ਕਿ ਅਨਹੈਪੀ ਮੈਰਿਜਸ ਹੁੰਦੀਆਂ ਨੇ ਕਿ ਉਹਨਾਂ ਨੂੰ ਡਾਈਵੋਰਸ ਦੇ ਨਾਲੋਂ ਬਾਅਦ ਦੀ ਜਿਹੜੀ ਸਿਚੁਏਸ਼ਨ ਫੇਸ ਕਰਨ ਦੇ ਨਾਲੋਂ ਨਾ ਮਰਨਾ ਸੌਖਾ ਲੱਗਦਾ ਵਾ ਹੈ ਨਾ। ਕਿਉਂਕਿ ਅਸੀਂ ਉਹਨਾਂ ਨੂੰ ਉਹ ਥਾਂ ਦਿੰਦੇ ਹੀ ਨਹੀਂ ਹੈਗੇ ਸੋਸਾਇਟੀ ਦੇ ਵਿੱਚ। ਬੰਦੇ ਦੀ ਗੱਲ ਛੱਡੋ, ਆਪਾਂ ਯਾਰ ਔਰਤਾਂ ਹੀ ਗਈ ਜਾਂਦੇ ਹੁੰਦੇ ਉਹਨਾਂ ਨੂੰ ਕਈ ਵਾਰੀ ਕਿਸੇ ਨੂੰ ਦੇਖ ਕੇ ਵੀ ਡਿਵੋਰਸ ਹੀ ਆ, ਡਾਈਵੋਰਸ ਹੀ ਆ ਹੈ ਨਾ। ਅਗਲੇ ਦੇ ਮੂੰਹ ਤੇ ਆਪਾਂ ਕਦੇ ਉਹਨੂੰ ਮਤਲਬ ਇੱਦਾਂ ਫੀਲ ਹੀ ਨਹੀਂ ਕਰਾਇਆ ਵੀ ਤੂੰ ਜ਼ਿੰਦਗੀ 'ਚ ਬਹੁਤ ਵਧੀਆ ਡਿਸੀਜਨ ਲਿਆ ਹੈ ਨਾ। ਰੋਜ਼ ਮਰਨ ਨਾਲੋਂ ਤਾਂ ਚੰਗਾ ਵੀ ਇੱਕ ਪਾਸਾ ਕਰ ਦੋ
ਕੁੱਟ-ਕੁੱਟ ਕੇ ਜਿਉਣ ਨਾਲੋਂ ਚੰਗਾ ਵੀ ਉਸ ਪਿੰਜਰੇ 'ਚੋਂ ਤੁਸੀਂ ਬਾਹਰ ਆ ਜਾਓ। ਨਹੀਂ ਆਪਾਂ ਉੱਥੇ ਉਹਨੂੰ ਇਹੀ ਮਹਿਸੂਸ ਕਰਵਾਉਂਦੇ ਰਹਾਂਗੇ ਵੀ ਗਲਤ ਕੀਤਾ, ਵੀ ਔਰਤ ਸੁਸਾਇਟੀ 'ਚ ਸਿਰਫ ਉਸੇ ਔਰਤ ਦੀ ਇੱਜ਼ਤ ਹੁੰਦੀ ਆ ਜਿਹੜੀ ਆਪਦੇ ਪਤੀ ਦੇ ਘਰ, ਆਪਦੇ ਸਹੁਰਿਆਂ ਦੇ ਘਰ ਵਸਦੀ ਆ, ਆਪਦੇ ਬੱਚਿਆਂ ਲਈ ਸੋਚਦੀ ਆ, ਹਨਾ। ਆਪਾਂ ਉਹਨਾਂ 'ਚ ਆਪਾਂ ਨਹੀਂ ਕਹਿੰਦੇ ਵੀ ਘਰ ਘਰ ਡਿਵੋਰਸ ਹੋ ਜਾਓ, ਮਾੜੀ ਮਾੜੀ ਗੱਲ ਤੇ ਹੁਣ ਬਹੁਤ ਛੋਟੇ ਛੋਟੇ ਆਪਣੇ ਘਰਾਂ 'ਚ ਵੀ ਕੰਪਲਿਕੇਸ਼ਨਸ ਹੁੰਦੇ ਨੇ, ਆਪਣੇ ਰਿਸ਼ਤਿਆਂ 'ਚ ਵੀ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਤੇ ਆਪਾਂ ਨੂੰ ਵੀ ਇਹੀ ਸਿਖਾਇਆ ਜਾਂਦਾ ਵੀ ਐਡਜਸਟ ਕਰੀਦਾ ਹੁੰਦਾ। ਜਿੱਥੇ ਤੁਹਾਡਾ ਨੇਚਰ ਦਾ ਡਿਫਰੈਂਸ ਆ, ਹਨਾ, ਜਿੱਥੇ ਤੁਹਾਡੇ ਸੁਭਾਅ ਕਾਰਨ ਜਾਂ ਇੱਕ ਦੂਜੇ ਦੀਆਂ ਆਦਤਾਂ ਕਾਰਨ ਥੋੜੀ ਬਹੁਤੀ ਤਕਲੀਫ ਆ ਰਹੀ ਹੈ, ਵੀ ਉਹਨਾਂ ਚੀਜ਼ਾਂ ਨੂੰ ਇਗਨੋਰ ਕਰੋ, ਉਹਨਾਂ ਚੀਜ਼ਾਂ ਨੂੰ ਬੈਠ ਕੇ ਗੱਲ ਕਰਕੇ ਸੌਰਟ ਕਰ ਲਓ, ਹਨਾ। ਪਰ ਤੁਹਾਡੇ ਪਤੀ ਦਾ, ਤੁਹਾਡੀ ਪਤਨੀ ਦਾ ਤੁਹਾਡੇ ਤੋਂ ਇਲਾਵਾ ਬਾਹਰ ਕਿਤੇ ਸੰਬੰਧ ਆ, ਹਨਾ, ਤਾਂ ਉਹਨਾਂ ਚੀਜ਼ਾਂ ਨੂੰ ਤਾਂ ਨਹੀਂ ਨਾ ਤੁਸੀਂ ਇਗਨੋਰ ਕਰ ਸਕਦੇ, ਜਾਂ ਤੁਸੀਂ ਇਸ ਚੀਜ਼ ਨੂੰ ਤਾਂ ਨਹੀਂ ਇਗਨੋਰ ਕਰ ਸਕਦੇ ਵੀ ਤੁਹਾਡੇ ਬੱਚਿਆਂ ਦੇ ਸਾਹਮਣੇ ਤੁਹਾਨੂੰ ਕੁੱਟਿਆ ਜਾ ਰਿਹਾ, ਰੋਜ਼ ਮਾਰਿਆ ਜਾ ਰਿਹਾ, ਰੋਜ਼ ਤੁਹਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ, ਹਨਾ। ਆਪਾਂ ਮਤਲਬ ਕਿੰਨਾ ਕੁ ਟਾਈਮ ਤੱਕ ਉਹ ਬੰਦਾ ਉਹਨਾਂ ਚੀਜ਼ਾਂ 'ਚ ਤਾਂ ਨਹੀਂ ਆਪਾਂ ਐਡਜਸਟ ਕਰ ਸਕਦੇ। ਸੋ ਉੱਥੇ ਤਾਂ ਸਭ ਤੋਂ ਵਧੀਆ ਫੈਸਲਾ ਇੱਕ ਇਹੀ ਹੋ ਸਕਦਾ ਵਾ ਕਿ ਉਹ ਔਰਤ ਉਸ ਜਗ੍ਹਾ ਤੋਂ ਦੂਰ ਹੋ ਜਾਵੇ, ਉਸ ਬੰਦੇ ਦੇ ਨਾਲੋਂ ਆਪਣੀ ਜ਼ਿੰਦਗੀ ਦਾ ਸੰਬੰਧ ਆ ਜਿਹੜਾ ਉਹ ਖਤਮ ਕਰ ਲਵੇ, ਹਨਾ। ਤੇ ਦੂਸਰੀ ਗੱਲ ਮੈਨੂੰ ਲੱਗਦਾ ਹੁੰਦਾ ਵੀ ਕਿਉਂ ਇਹ ਜ਼ਰੂਰੀ ਤਾਂ ਨਹੀਂ ਹੈਗਾ ਵੀ ਡਿਵੋਰਸ ਜੇ ਤੁਹਾਡਾ ਹੋ ਗਿਆ ਤਾਂ ਤੁਸੀਂ ਆਪਦੇ ਮਾਂ-ਬਾਪ ਦੇ ਘਰੇ ਜਾ ਕੇ ਬੈਠੋ। ਮੈਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਵੀ ਇੱਥੇ ਅਸੀਂ ਬੇਵਕੂਫ ਹੁੰਦੇ ਹਾਂ, ਅਸੀਂ 20-20 ਸਾਲ ਜੌਬ ਕਰੀ ਜਾਂਦੇ ਹਾਂ, 20-20 ਸਾਲ ਜੌਬ ਕਰਨ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਸਾਡੇ ਘਰ ਦਾ ਪੱਤਾ ਵੀ ਸਾਡੇ ਨਾਂ ਨਹੀਂ ਹੁੰਦਾ, ਹਨਾ। ਉੱਥੇ ਅਸੀਂ ਸਾਰਾ ਕੁਛ ਹੀ ਮਤਲਬ ਕਦੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੇ ਵੀ 20 ਸਾਲਾਂ ਤੋਂ ਮੈਂ ਕਮਾ ਰਹੀ ਹਾਂ, ਮੈਂ ਕਮਾ ਕੇ ਆਪਦੇ ਨਾਲ ਕੀ ਕਰਾਇਆ। ਬਿਲਕੁਲ, ਹਨਾ। ਦੇਖੋ ਗੁਰਦੀਪ, ਮੈਂ ਇਹੀ ਚੀਜ਼ ਤੁਹਾਨੂੰ ਕਹਿ ਰਹੀ ਸੀ ਕਿ ਅਸੀਂ ਨਾ ਕੁੜੀ ਨੂੰ ਸਮੇਂ ਦੇ ਹਿਸਾਬ ਨਾਲ ਅਸੀਂ ਪੜ੍ਹਾਉਣ ਲੱਗ ਗਏ। ਸਾਨੂੰ ਲੱਗਿਆ ਕਿ ਉਹਦਾ ਪੜ੍ਹਨਾ ਲਿਖਣਾ ਜ਼ਰੂਰੀ ਆ, ਤਾਂ ਜੋ ਉਹਨੂੰ ਚੰਗੇ ਰਿਸ਼ਤੇ ਮਿਲਣ, ਹਨਾ, ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀ ਹੋਵੇ, ਕੱਲ੍ਹ ਨੂੰ ਕਿਸੇ ਚੰਗੇ ਮਾੜੇ ਵਕਤ 'ਚ ਉਹ ਆਪਦੇ ਲਈ ਕੋਈ ਫੈਸਲਾ ਕਰ ਸਕੇ। ਪਰ ਪੜ੍ਹਾਉਣ ਲਿਖਾਉਣ ਦਾ ਕੀ ਫਾਇਦਾ ਜੇ ਤੁਸੀਂ ਉਹਨੂੰ ਇਹ ਚੀਜ਼ ਨਾ ਸਿਖਾਈ ਕਿ ਸਭ ਤੋਂ ਜ਼ਰੂਰੀ ਤੇਰੀ ਮਾਨਸਿਕ ਆਤਮ ਨਿਰਭਰਤਾ, ਹਨਾ। ਅਜੇ ਵੀ ਤੁਸੀਂ ਕੁੜੀਆਂ ਦੇ ਦਿਮਾਗ 'ਚ ਇਹੀ ਚੀਜ਼ ਭਰਦੇ ਰਹਿੰਦੇ ਹੋ ਵੀ ਆਦਮੀ ਤੋਂ ਬਿਨਾਂ ਤੇਰੀ ਕੋਈ ਜ਼ਿੰਦਗੀ ਨਹੀਂ ਹੁੰਦੀ, ਹਨਾ। ਮੈਂ ਇੱਕ ਵਾਰੀ ਕਿਸੇ ਨੂੰ ਸੁਣਿਆ ਸੀ, ਉਹਨਾਂ ਨੇ ਕਿਹਾ ਸੀ ਕਿ ਦੁਨੀਆ ਤੇ ਤੁਸੀਂ ਸਿਰਫ ਆਪਣਾ ਕਰੈਕਟਰ ਪਲੇ ਕਰਨ ਆਉਂਦੇ ਹੋ, ਹਨਾ। ਜਦੋਂ ਤੁਸੀਂ ਛੋਟੇ ਬੱਚੇ ਹੁੰਦੇ ਹੋ ਤਾਂ ਤੁਹਾਨੂੰ ਚਾਹੇ ਤੁਹਾਡੇ ਕੋਲ ਲੱਖ ਰੁਪਏ ਦਾ ਖਿਡੌਣਾ ਪਿਆ ਹੋਵੇ, ਪਰ ਜੇ ਤੁਹਾਡੇ ਮਾਂ-ਬਾਪ ਤੁਹਾਡੇ ਨਜ਼ਦੀਕ ਨਹੀਂ ਤਾਂ ਤੁਸੀਂ ਮਤਲਬ ਉਸ ਖਿਡੌਣੇ ਨੂੰ ਵੀ ਇੰਜੋਏ ਨਹੀਂ ਕਰਦੇ, ਹਨਾ। ਤੁਹਾਡੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲੀ ਕਿ ਤੁਸੀਂ ਆਪਣੇ ਮਾਂ-ਪਿਓ ਨੂੰ ਲੱਭਦੇ ਹੋ, ਹਨਾ। ਜਦੋਂ ਤੁਸੀਂ ਵਿਆਹੇ ਜਾਂਦੇ ਹੋ ਤਾਂ ਮਾਂ-ਪਿਓ ਦੂਜੇ ਨੰਬਰ ਤੇ ਚਲੇ ਜਾਂਦੇ ਆ, ਤੁਹਾਨੂੰ ਸਿਰਫ ਤੁਹਾਡਾ ਹਸਬੈਂਡ ਚਾਹੀਦਾ ਹੁੰਦਾ, ਹਨਾ। ਤੁਹਾਡੀ ਸਾਰੀ ਅਟੈਂਸ਼ਨ ਉਹਦੇ ਨਾਲ ਜੁੜ ਜਾਂਦੀ ਆ। ਫਿਰ ਤੁਹਾਡੇ ਬੱਚੇ ਹੋ ਜਾਂਦੇ ਆ, ਤੁਸੀਂ ਹਸਬੈਂਡ ਨੂੰ ਸੈਕਿੰਡ ਜਗ੍ਹਾ ਤੇ ਕਰ ਦਿੰਦੇ ਹੋ, ਤੁਹਾਡੀ ਸਾਰੀ ਅਟੈਂਸ਼ਨ ਤੁਸੀਂ ਬੱਚਿਆਂ ਨੂੰ ਦਿੰਦੇ ਹੋ। ਤੇ ਜਦੋਂ ਤੁਸੀਂ ਬੁੱਢੇ ਹੁੰਦੇ ਹੋ ਤੁਹਾਨੂੰ ਫਿਰ ਜਾ ਕੇ ਰਿਅਲਾਈਜ਼ ਹੁੰਦਾ ਹੈ ਕਿ ਇਹ ਤਿੰਨੋਂ ਆਪਦਾ ਕਰੈਕਟਰ ਪਲੇ ਕਰ ਗਏ, ਰਹਿ ਗਿਆ ਇਕੱਲਾ ਮੈਂ, ਹਨਾ। ਜੇ ਅਸੀਂ ਪਹਿਲੇ ਦਿਨ ਮਨਾ ਸੋਚਿਆ ਨਹੀਂ, ਹਨਾ। ਤੇ ਜੇ ਅਸੀਂ ਪਹਿਲੇ ਦਿਨ ਹੀ ਆਪਣੀ ਇੰਪੋਰਟੈਂਸ ਸਮਝੀਏ ਕਿ ਸਭ ਤੋਂ ਪਹਿਲਾਂ ਮੈਂ ਆ, ਬਾਕੀ ਸਭ ਮੇਰੇ ਨਾਲ ਆਪਣਾ ਆਪਣਾ ਕਰੈਕਟਰ ਪਲੇ ਕਰ ਰਹੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਆਪ ਨੂੰ ਉਹਨਾਂ ਲਈ ਸੈਕਰੀਫਾਈਸ ਕਰ ਦੂੰਗਾ, ਨਾ। ਤੁਸੀਂ ਕਦੇ ਆਪਣੀ ਖੁਸ਼ੀ ਸੈਕਰੀਫਾਈਸ ਕਰ ਸਕਦੇ ਹੋ, ਆਪਣੀ ਇੱਛਾ ਕੋਈ ਜਿਹੜੀ ਤੁਹਾਡੀ ਉਹਨੂੰ ਸੈਕਰੀਫਾਈਸ ਕਰ ਸਕਦੇ ਹੋ, ਪਰ ਮੈਨੂੰ ਲੱਗਦਾ ਜ਼ਿੰਦਗੀ ਕਿਸੇ ਲਈ ਸੈਕਰੀਫਾਈਸ ਕਰਨੀ ਬਹੁਤ ਵੱਡੀ ਚੀਜ਼ ਆ, ਹਨਾ। ਕੁੜੀਆਂ ਨੂੰ ਮਾਨਸਿਕ ਆਤਮ ਨਿਰਭਰਤਾ ਸਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੰਨ ਲਾ ਤੇਰੀ ਜ਼ਿੰਦਗੀ ਤੇਰੇ ਬੰਦੇ ਨਾਲ ਚੰਗੀ ਨਹੀਂ ਚੱਲ ਰਹੀ ਤਾਂ ਤੂੰ ਉਸ ਜ਼ਿੰਦਗੀ ਤੋਂ ਬਾਹਰ ਆ ਸਕਦੀ ਆ। ਇਹ ਨਹੀਂ ਹੈਗਾ ਕਿ ਬੰਦੇ ਬਿਨਾਂ ਤੁਰੀ ਜਾਂਦੀ ਸੜਕ ਤੇ ਤੂੰ ਇੱਜ਼ਤਦਾਰ ਨਹੀਂ ਹੈਗੀ, ਬੰਦੇ ਬਿਨਾਂ ਘਰ 'ਚ ਰਹਿੰਦੀ ਤੂੰ ਇੱਜ਼ਤਦਾਰ ਨਹੀਂ ਹੈਗੀ। ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਸਿਖਾਉਂਦੇ ਹੋ ਨਾ, ਫਿਰ ਉਹਨਾਂ ਨੂੰ ਸੱਚੀ ਲੱਗਦਾ ਹੁੰਦਾ ਕਿ ਹਾਏ ਜੇ ਮੇਰੀ ਘਰ ਵਾਲੇ ਨਾਲ ਕੋਈ ਪ੍ਰੋਬਲਮ ਹੋ ਗਈ ਤਾਂ ਮੈਂ ਇਹਦੇ ਬਿਨਾਂ ਜਿਉਂ ਹੀ ਨਹੀਂ ਸਕੂੰਗੀ, ਹੈ ਨਾ। ਫਿਰ ਚਾਹੇ ਉਹ ਬਾਹਰ ਕਿਸੇ ਰਿਸ਼ਤੇ ਦੇ ਵਿੱਚ ਰੁੱਝਿਆ ਹੋਇਆ, ਫਿਰ ਚਾਹੇ ਉਹ ਘਰੇ ਆ ਕੇ ਤੁਹਾਡੀ ਕੁੱਟਮਾਰ ਕਰ ਰਿਹਾ, ਫਿਰ ਚਾਹੇ ਉਹ ਕਿਸੇ ਐਬ 'ਚ ਲਿਪਿਆ ਹੋਇਆ ਵੀ ਉਹ ਨਸ਼ੇ ਕਰ ਰਿਹਾ, ਤੁਹਾਨੂੰ ਫਿਰ ਵੀ ਲੱਗਦਾ ਕਿ ਮੇਰਾ ਸਹਿਣਾ ਜ਼ਰੂਰੀ ਆ, ਹੈ ਨਾ। ਅਤੇ ਸਭ ਤੋਂ ਵੱਡੀ ਚੀਜ਼ ਹੈ ਕਿ ਜਦੋਂ ਤੁਸੀਂ ਕੁੜੀ ਨੂੰ ਸਿਖਾਉਂਦੇ ਹੋ ਕਿ ਤੂੰ ਆਪਣੇ ਨਿਆਣਿਆਂ ਲਈ ਸਹਿਣਾ, ਕਿ ਉਹ ਬੰਦੇ ਦੇ ਨਿਆਣੇ ਨਹੀਂ ਹੈਗੇ, ਹੈ ਨਾ। ਇੱਥੇ ਮਤਲਬ ਉਹ ਮੁੰਡਾ ਇੱਕ ਸਟੇਟਮੈਂਟ ਦੇ ਰਿਹਾ, ਉਹ ਕਹਿ ਰਿਹਾ ਕਿ ਮੈਂ ਆਪਣੀਆਂ ਕੁੜੀਆਂ ਨੂੰ ਬੁਰਾ ਭਲਾ ਤਾਂ ਕਹਿੰਦਾ ਸੀਗਾ ਕਿ ਇਹ ਆਪਣੀ ਮਾਂ ਵਰਗੀਆਂ ਨਾ ਹੋਣ, ਇਹ ਜਾ ਕੇ ਕਿਸੇ ਹੋਰ ਦਾ ਘਰ ਖਰਾਬ ਨਾ ਕਰਨ, ਹੈ ਨਾ, ਇਸ ਲਈ ਮੈਂ ਉਹਨਾਂ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢ ਰਿਹਾ ਸੀ। ਹੁਣ ਜਿਸ ਔਰਤ 'ਚੋਂ ਉਹ ਕੁੜੀਆਂ ਪੈਦਾ ਹੋਈਆਂ ਨਾ, ਉਹ ਤਾਂ ਤੈਨੂੰ ਡਰ ਹੈ ਕਿ ਉਹ ਜਾ ਕੇ ਕਿਸੇ ਹੋਰ ਦਾ ਘਰ ਖਰਾਬ ਕਰਨਗੀਆਂ, ਕਿ ਜਿਹੜਾ ਤੂੰ ਮੁੰਡਾ ਪੈਦਾ ਕਰਨਾ ਚਾਹੁੰਦਾ ਉਹ ਵੀ ਤਾਂ ਉਸ ਔਰਤ 'ਚੋਂ ਹੀ ਹੋਏਗਾ। ਤੇ ਜੇ ਰੱਬ ਨਾ ਕਰੇ ਉਹ ਮੁੰਡਾ ਤੇਰੇ ਵਰਗਾ ਨਿਕਲਿਆ ਹੋਵੇ ਫਿਰ, ਹੈ ਨਾ,
ਤੇ ਨਾਲੇ ਤੁਸੀਂ ਵੀ ਤਾਂ ਇੱਕ ਔਰਤ ਦੇ ਢਿੱਡੋਂ ਹੀ ਜਨਮ ਲਿਆ ਢਿੱਡੋਂ ਜਨਮ ਲਿਆ। ਤੁਸੀਂ ਕਿੱਡੀ ਕੁ ਅਕਲ ਲੈ ਕੇ ਜੰਮੇ ਵੀ ਤੁਸੀਂ ਇੱਕ ਔਰਤ ਤੇ ਹੱਥ ਚੱਕਦੇ ਹੋ, ਉਹਨੂੰ ਇੰਨੀਆਂ ਗਾਲਾਂ ਕੱਢ ਰਹੇ ਹੋ। ਅਸੀਂ ਕਹਿੰਦੇ ਆ ਕਿ ਬੰਦਾ ਹਮੇਸ਼ਾ ਤਾਕਤਵਰ ਹੁੰਦਾ ਸਰੀਰਕ ਤੌਰ ਤੇ, ਹਨਾ। ਸਰੀਰਕ ਤੌਰ ਤੇ ਇਹੋ ਜਿਹੇ ਬੰਦੇ ਦੀ ਸੱਚੀ ਤਾਕਤ ਤੇ ਲਾਨਤ ਹੋਣੀ ਚਾਹੀਦੀ ਆ। ਉਹ ਲਾਨਤ ਉਹਨੂੰ ਉਹਦੀ ਮਾਂ ਵੀ ਪਾਵੇ, ਉਹਦੀ ਭੈਣ ਵੀ ਪਾਵੇ। ਜਿਹੜਾ ਬੰਦਾ ਕਿਸੇ ਔਰਤ ਨੂੰ, ਜਿਹੜੀ ਔਰਤ ਸਮਾਜ ਤੋਂ ਡਰਦੀ ਤੁਹਾਡੇ ਘਰੋਂ ਬਾਹਰ ਨਹੀਂ ਨਿਕਲ ਰਹੀ, ਉਹਦੀ ਉਸ ਚੁੱਪ ਦਾ ਨਜਾਇਜ਼ ਫਾਇਦਾ ਉਠਾਉਂਦਾ ਵੀ, ਉਹਨੂੰ ਕੁੱਟਦਾ ਮਾਰਦਾ ਵੀ, ਉਹਦੇ ਨਾਲ ਸਰੀਰਕ ਦੁਰਵਿਹਾਰ ਵੀ ਕਰ ਰਿਹਾ। ਜਿਹੜੀ ਔਰਤ ਆਪਦੇ ਬੱਚਿਆਂ ਕਰਕੇ ਤੁਹਾਡੇ ਨਾਲ ਰਹਿ ਰਹੀ ਆ, ਉਹਦਾ ਵੀ ਤੁਸੀਂ ਫਾਇਦਾ ਚੁੱਕ ਰਹੇ ਹੋ ਨਾ। ਮਤਲਬ ਫਿਰ ਤੁਸੀਂ ਬੰਦੇ ਕਾਹਦੇ ਹੋਏ? ਮੈਂ ਤਾਂ ਇਹ ਸਮਝਦੀ ਹਾਂ ਗੁਰਦੀਪ ਵੀ ਆਪਾਂ ਨਾ ਕਈ ਵਾਰੀ ਹਾਸੇ 'ਚ ਸਾਡੇ ਘਰੇ ਕਹਿੰਦੇ ਹੁੰਦੇ ਨੇ ਵੀ ਜਨਾਨੀ ਦੀ ਸਭ ਤੋਂ ਵੱਡੀ ਦੁਸ਼ਮਣ ਆ ਨਾ। ਸੰਤ ਸਾਹਿਬ ਕਹਿੰਦੇ ਹੁੰਦੇ ਨੇ ਇਹ ਗੱਲ ਕਿ ਬੰਦਾ ਅਜੇ ਜਨਾਨੀ ਤੇ ਇੰਨੀ ਰੋਕ ਟੋਕ ਨਹੀਂ ਕਰਦਾ। ਇਹ ਗੱਲ ਵੀ ਸੱਚੀ ਆ। ਬਿਲਕੁਲ। ਸੱਸਾਂ ਨੂੰ ਹੀ ਨੋਹਾਂ ਤੋਂ ਮੁੰਡੇ ਚਾਹੀਦੇ ਨੇ, ਹਨਾ। ਸਾਰੀ ਉਮਰ ਔਰਤ ਪਿੱਟਦੀ ਮਰ ਜਾਂਦੀ ਹੈ, ਬੰਦੇ ਨੇ ਮੇਰੇ ਨਾਲ ਆਹ ਕਰ ਲਿਆ, ਬੰਦੇ ਨੇ ਮੇਰੇ ਨਾਲ ਆਹ ਕੀਤਾ, ਬੰਦੇ ਨੇ ਮੈਨੂੰ ਕੁਸਕਣ ਨਹੀਂ ਦਿੱਤਾ, ਬੰਦੇ ਨੇ ਮੈਨੂੰ ਸਾਹ ਨਹੀਂ ਕੱਢਣ ਦਿੱਤਾ, ਫਿਰ ਵੀ ਉਹਨੂੰ ਆਪਣੀ ਨੂੰਹ ਤੋਂ ਮੁੰਡਾ ਹੀ ਚਾਹੀਦਾ, ਹਨਾ। ਤੇ ਤੁਸੀਂ ਆਪਣੇ ਜੈਂਡਰ ਨੂੰ ਨਫ਼ਰਤ ਕਰਦੇ ਹੋ। ਇੱਕ ਛੋਟੀ ਜਿਹੀ ਕੁੜੀ ਆ ਸਾਡੀ ਰਿਸ਼ਤੇਦਾਰੀ 'ਚ 16-17 ਸਾਲ ਦੀ, ਹੈ ਨਾ। ਉਹ ਮੈਨੂੰ ਇੱਕ ਦਿਨ ਕਹਿੰਦੀ, ਚਾਚੀ ਜੀ ਕਹਿੰਦੀ ਆਪਣੇ ਗੁਆਂਢ 'ਚ ਕੁੜੀ ਹੋਈ ਆ ਤੇ ਆਪਣੇ ਘਰ ਦੇ ਉਹਨਾਂ ਨਾਲ ਜਾ ਕੇ ਅਫਸੋਸ ਕਰ ਰਹੇ ਨੇ, ਹੈ ਨਾ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਘਰੇ ਬਿਮਾਰੀ ਹੋਈ ਆ, ਬੱਚਾ ਹੋਇਆ ਇੱਕ, ਨਾ 15 ਸਾਲ ਦਾ ਬੱਚਾ ਇਹ ਸਮਝਦਾ ਕਿ ਤੁਸੀਂ ਮੇਰੇ ਜੈਂਡਰ ਦੀ ਬੇਇੱਜ਼ਤੀ ਕਰ ਰਹੇ ਹੋ, ਹੈ ਨਾ। ਤੇ ਉਹ ਔਰਤਾਂ ਜਿਹੜੀਆਂ ਆਪਣੇ ਘਰ ਵਾਲਿਆਂ ਵੱਲੋਂ ਵੀ ਦੁਖੀ ਨੇ, ਆਪਣੇ ਪੁੱਤਾਂ ਵੱਲੋਂ ਵੀ ਦੁਖੀ ਨੇ, ਤੇ ਉਹ ਔਰਤਾਂ ਕਹਿੰਦੀਆਂ ਨੇ ਕਿ ਨੂੰਹ ਸਾਨੂੰ ਮੁੰਡਾ ਜੰਮ ਕੇ ਦੇਵੇ, ਹੈ ਨਾ। ਜਦੋਂ ਤੁਹਾਡਾ ਮੁੰਡਾ ਤੁਹਾਡੀ ਨੂੰਹ ਦੇ ਪਹਿਲੀ ਚਪੇੜ ਮਾਰਦਾ, ਉੱਥੇ ਪਿਓ ਨਾਲੋਂ ਜ਼ਿਆਦਾ ਸੱਸ ਨੂੰ ਬੋਲਣਾ ਚਾਹੀਦਾ ਵੀ ਤੇਰੀ ਜੁਰਤ ਕਿਵੇਂ ਹੋਈ ਇਹ ਚੀਜ਼ ਕਰਨ ਦੀ, ਹੈ ਨਾ। ਜਦੋਂ ਕੋਈ ਕਿਸੇ ਤਰ੍ਹਾਂ ਦਾ ਕਲੇਸ਼ ਹੁੰਦਾ, ਤੁਹਾਡੀ ਨੂੰਹ ਆ ਕੇ ਤੁਹਾਨੂੰ ਕਹਿੰਦੀ ਹੈ ਵੀ ਭਾਈ ਇਹ ਮੇਰੇ ਨਾਲ ਆਹ ਕਰ ਰਿਹਾ, ਉੱਥੇ ਤੁਸੀਂ ਆਪਣੇ ਮੁੰਡੇ ਦੀਆਂ ਗਲਤੀਆਂ ਤੇ ਪਰਦਾ ਪਾਉਣ ਲੱਗ ਜਾਂਦੇ ਹੋ। ਤੁਹਾਨੂੰ ਲੱਗਦਾ ਵੀ ਜੇ ਅੱਜ ਇਹ ਸਾਡੇ ਮੁੰਡੇ ਨੂੰ ਕਹਿ ਰਹੀ ਹੈ, ਕੱਲ੍ਹ ਨੂੰ ਇਹ ਸਾਨੂੰ ਕਹੂਗੀ। ਤੇ ਜਦੋਂ ਇਹੋ ਜਿਹੇ ਨਤੀਜੇ ਨਿਕਲਦੇ ਨੇ ਵੀ ਉਹ ਆਤਮ ਹੱਤਿਆ ਕਰ ਰਹੀ, ਉਹ ਅੱਗਾਂ ਲਾ ਕੇ ਮਰ ਰਹੀਆਂ ਨੇ, ਉਹ ਗਲ 'ਚ ਰੱਸੇ ਪਾ ਕੇ ਮਰ ਰਹੀਆਂ ਨੇ, ਉਹ ਦਵਾਈਆਂ ਖਾ ਕੇ ਮਰ ਰਹੀਆਂ ਨੇ, ਫਿਰ ਨਹੀਂ ਤੁਹਾਡੀ ਇੱਜ਼ਤ ਤੇ ਗੱਲ ਆਉਂਦੀ। ਜੇ ਤੁਸੀਂ ਇੰਨੇ ਕੁ ਸਿਆਣੇ ਹੋਵੋ ਕਿ ਉਸ ਗੱਲ ਨੂੰ ਆਪਣੇ ਘਰੇ ਹੈਂਡਲ ਕਰਨਾ ਸਿੱਖ ਲਓ, ਹੈ ਨਾ। ਮੈਨੂੰ ਤਾਂ ਲੱਗਦਾ ਗੁਰਦੀਪ, ਚਾਹੇ ਤੁਹਾਡੀ ਤੇ ਮੇਰੀ ਲੱਖ ਦੁਸ਼ਮਣੀ ਹੋਵੇ, ਪਰ ਜਦੋਂ ਇੱਕ ਬੰਦਾ ਮੇਰੇ ਸਾਹਮਣੇ ਤੁਹਾਡੇ ਨਾਲ ਕੁਝ ਇਹੋ ਜਿਹਾ ਕਰ ਰਿਹਾ, ਉੱਥੇ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਬੋਲ ਪੈਣਾ ਚਾਹੀਦਾ ਵੀ ਜੇ ਤੂੰ ਅੱਜ ਇਹਦੇ ਨਾਲ ਕਰ ਸਕਦਾ ਤਾਂ ਕੱਲ ਤੂੰ ਮੇਰੇ ਨਾਲ ਵੀ ਕਰ ਸਕਦਾ ਨਾ। ਤੇ ਸੱਚੀ ਔਰਤਾਂ ਹੀ ਔਰਤਾਂ ਨੂੰ ਸ਼ਹਿ ਦਿੰਦੀਆਂ ਨੇ। ਜਦੋਂ ਬਾਹਰੋਂ ਕਿਸੇ ਜਨਾਨੀ ਨਾਲ ਧੱਕੇ ਕਰ ਰਿਹਾ, ਉਹ ਵੀ ਤਾਂ ਜਨਾਨੀ ਆ, ਉਹਨੂੰ ਵੀ ਸਮਝ ਹੋਣੀ ਚਾਹੀਦੀ ਹੈ ਵੀ ਮੈਂ ਕਿਸੇ ਤੀਜੇ ਦਾ ਘਰ ਪੱਟ ਰਹੀ ਹਾਂ, ਹੈ ਨਾ। ਤੇ ਮੈਨੂੰ ਲੱਗਦਾ ਬੰਦੇ ਨੂੰ ਵਿਗਾੜਨ 'ਚ ਵੀ ਸਾਡਾ ਬਹੁਤ ਵੱਡਾ ਹੱਥ ਆ। ਬੰਦੇ ਨੂੰ ਅਸੀਂ ਕੁੜੀ, ਆਪਾਂ ਕਹਿੰਦੇ ਹੁੰਦੇ ਪੁਰਾਣੇ ਜ਼ਮਾਨੇ ਤਾਂ ਇਹ ਗੱਲਾਂ ਕਰਦੇ ਹੁੰਦੇ ਸੀ, ਕੁੜੀ ਨੂੰ ਘੱਟ ਖੁਰਾਕ ਦਿੰਦੇ ਸੀ, ਮੁੰਡੇ ਨੂੰ ਜ਼ਿਆਦਾ ਦਿੰਦੇ ਸੀ। ਹੁਣ ਉਹ ਗੱਲਾਂ ਤਾਂ ਬਹੁਤ ਪਿੱਛੇ ਰਹਿ ਗਈਆਂ। ਹੁਣ ਤਾਂ ਅਸੀਂ ਮਤਲਬ ਸਾਰਾ ਹੱਕ ਹੀ ਮੁੰਡੇ ਦਾ ਸਮਝਦੇ ਹਾਂ। ਅਸੀਂ ਛੋਟੀ ਜਿਹੀ ਬੱਚੀ ਨੂੰ ਸਮਝਾ ਰਹੇ ਹੁੰਦੇ ਹਾਂ ਵੀ ਨਹੀਂ ਪਹਿਲਾਂ ਵੀਰਾ ਆਹ ਚੀਜ਼ ਕਰੂਗਾ, ਹੈ ਨਾ। ਤੇ ਵੀਰਾ ਫਿਰ ਪਹਿਲਾਂ ਹੀ ਊਠ ਤੇ ਸਵਾਰ ਹੋ ਜਾਂਦਾ ਵੀ ਸਾਰੀ ਜ਼ਿੰਦਗੀ ਮੈਂ ਮਤਲਬ ਮਰਜ਼ੀ ਹੀ ਕਰੂੰਗਾ। ਉਹ ਮੈਂ ਆਪਣੀ ਭੈਣ ਤੇ ਵੀ ਕਰੂੰਗਾ, ਉਹ ਮੈਂ ਆਪਣੀ ਜਨਾਨੀ ਤੇ ਵੀ ਕਰੂੰਗਾ। ਬਿਲਕੁਲ ਸਹੀ ਗੱਲ ਹੈ। ਜਿਵੇਂ ਹੁਣ ਬਹੁਤੇ ਵਿਆਹ ਖਰਾਬ ਹੋਣ ਦਾ ਜਾਂ ਨਾ ਨਿਭਣ ਦਾ ਕਾਰਨ ਸਭ ਤੋਂ ਵੱਡਾ ਅੱਜ ਕੱਲ੍ਹ ਤਾਂ ਇਹੀ ਆ ਵੀ ਨਜਾਇਜ਼ ਸੰਬੰਧ ਜਾਂ ਉਹਨਾਂ ਦੇ ਐਕਸਟਰਾ ਮੈਰਿਟਲ ਅਫੇਅਰ ਕਹਿ ਲਓ ਜਾਂ ਕੁਛ ਵੀ ਕਹਿ ਲਓ, ਹੈ ਨਾ। ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਅੱਜ ਜਦੋਂ ਅਸੀਂ 2022 'ਚ ਬੈਠੇ ਹਾਂ, ਅੱਜ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ ਤੇ ਬੰਦੇ ਜਿਹੜੇ ਇਸ ਗੱਲ ਦੀ ਐਗਜ਼ਾਮਪਲ ਦਿੰਦੇ ਨੇਗੇ ਕਿ ਮਤਲਬ ਵੀ ਅੱਜ ਇਸ ਚੀਜ਼ ਨੂੰ ਬਹੁਤ ਵੱਡਾ ਬਣਾ ਲਿਆ ਗਿਆ ਵੀ ਆਪਣੇ ਕਲਚਰ 'ਚ ਤਾਂ ਆਪਣੀ ਸੁਸਾਇਟੀ 'ਚ ਤਾਂ ਚਿਰਾਂ ਤੋਂ ਇਹ ਗੱਲ ਚੱਲਦੀ ਆ ਰਹੀ ਆ। ਪਹਿਲਾਂ ਉਸ ਗੱਲ ਨੂੰ ਮਾਨਤਾ ਸੀਗੀ ਵੀ ਜੇ 5 ਭਰਾ ਨੇ ਤਾਂ ਇੱਕ ਵਿਆਹ ਲਿਆ ਜਾਂਦਾ ਸੀਗਾ ਤੇ ਉਹੀ ਭਰਜਾਈ ਆ ਕੇ 5 ਭਰਾਵਾਂ ਨੂੰ ਰੱਖਦੀ ਹੁੰਦੀ ਸੀਗੀ ਤਾਂ ਕਿ ਜ਼ਮੀਨ ਨਾ ਵੰਡੀ ਜਾਵੇ, ਹੈ ਨਾ। ਵੀ ਅੱਗੇ ਤਾਂ ਇਹ ਗੱਲਾਂ ਬਹੁਤ ਨਾਰਮਲ ਹੁੰਦੀਆਂ ਸੀਗੀਆਂ। ਹੁਣ ਜਿੱਦਾਂ ਫੈਮਿਨਿਜ਼ਮ ਉੱਠਿਆ ਵਾ, ਇਹ ਗੱਲਾਂ ਹੁਣ ਤੁਹਾਨੂੰ ਵੱਡੀਆਂ ਲੱਗਣ ਲੱਗ ਗਈਆਂ। ਉਹ ਹਲੇ ਵੀ ਮਤਲਬ ਇੰਨੀਆਂ ਇਲੌਜੀਕਲ ਐਗਜ਼ਾਮਪਲਸ ਦੇ ਕੇ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕਰ ਰਹੇ ਨੇ ਵੀ ਜੇ ਬੰਦੇ ਦੇ ਇੱਕ ਜਨਾਨੀ ਤੋਂ ਵੱਧ ਕੇ ਕਿਸੇ ਹੋਰ ਜਨਾਨੀ ਦੇ ਨਾਲ ਸੰਬੰਧ ਨੇ ਤਾਂ ਇਹ ਕੋਈ ਬਹੁਤ ਵੱਡੀ ਮੁੱਦਾ ਬਣਾਉਣ ਵਾਲੀ ਗੱਲ ਨਹੀਂ, ਕਿਉਂਕਿ ਸਾਡੀ ਸੁਸਾਇਟੀ 'ਚ ਤਾਂ ਸ਼ੁਰੂ ਤੋਂ ਹੀ ਇਹ ਚੱਲਦਾ ਆ ਰਿਹਾ। ਮੇਰੇ ਪੜਦਾਦੇ ਦੇ ਇੰਨੇ ਵਿਆਹ ਸੀਗੇ ਜਾਂ ਫਿਰ ਸਾਡੇ ਮਹਾਰਾਜਿਆਂ ਦੇ ਇੰਨੇ ਵਿਆਹ ਸੀ, ਇੰਨੀ ਉਹਨਾਂ ਨੇ ਰਾਣੀਆਂ ਰੱਖੀਆਂ ਹੋਈਆਂ ਸੀਗੀਆਂ। ਤਾਂ ਇਹਦਾ ਮਤਲਬ ਵੀ ਫਿਰ ਪੂਰਾ ਇਤਿਹਾਸ ਹੀ ਗਲਤ ਹੋ ਗਿਆ। ਵੀ ਤੁਸੀਂ ਉਹਨਾਂ ਰਾਣੀਆਂ ਨੂੰ ਜਾ ਕੇ ਕਦੇ ਮਿਲੇ ਹੋ? ਤੁਸੀਂ ਉਹਨਾਂ ਨੂੰ ਜਾ ਕੇ ਕਦੇ ਪੁੱਛਿਆ ਵੀ ਤੁਸੀਂ ਖੁਸ਼ ਸੀਗੀਆਂ? ਵੀ ਤੁਸੀਂ ਜਿਉਈਆਂ ਕਿ ਤੁਸੀਂ ਦੁਨੀਆ ਤੇ ਸਿਰਫ ਸਾਲ ਕੱਟਣ ਆਈਆਂ ਸੀ, ਹੈ ਨਾ। ਤੇ ਹੁਣ ਤੱਕ ਬੰਦੇ ਨੂੰ ਇਹੀ ਲੱਗਦਾ ਰਿਹਾ ਕਿ
ਬੰਦੇ ਨੂੰ ਕਿ ਸੁਸਾਇਟੀ ਨੂੰ ਇਹੀ ਲੱਗਦਾ ਰਿਹਾ ਵੀ ਔਰਤ ਇੱਕ ਜਾਂ ਜਨਾਨੀ ਇੱਕ ਇਦਾਂ ਦੀ ਚੀਜ਼ ਆ ਜਿਹਨੂੰ ਅਸੀਂ ਜਿਵੇਂ ਚਾਹੀਏ ਉਹਨੂੰ ਅਸੀਂ ਉਵੇਂ ਵਰਤ ਸਕਦੇ ਹਾਂ। ਪਰ ਕਦੇ ਅਸੀਂ ਇਹ ਚੀਜ਼ਾਂ ਨਹੀਂ ਨੋਟਿਸ ਕਰਦੇ ਹੈਗੇ ਵੀ ਉਹ ਜੋ ਸਾਡੇ ਅੰਦਰ ਦਿਲ ਆ, ਜੋ ਸਾਡੇ ਅੰਦਰ ਦਿਮਾਗ ਆ, ਉਹੀ ਉਹਦੇ ਅੰਦਰ ਆ। ਵੀ ਮੇਰੀ ਆਹ ਚੀਜ਼ ਦਾ, ਮੇਰੇ ਆਹ ਐਕਸ਼ਨ ਦਾ ਸਾਹਮਣੇ ਵਾਲੇ ਬੰਦੇ ਤੇ ਮੈਂਟਲੀ ਕਿੰਨਾ ਜ਼ਿਆਦਾ ਪ੍ਰਭਾਵ ਹੋਊਗਾ। ਜਿਵੇਂ ਉਹਦਾ ਹਸਬੈਂਡ ਇਹ ਵੀ ਕਹਿ ਰਿਹਾ ਸੀਗਾ ਕਿ ਉਹ ਤਾਂ ਮੈਂਟਲੀ ਅਪਸੈਟ ਸੀਗੀ, ਉਹ ਤਾਂ ਆਪਦੇ ਆਪ ਦੇ ਥੱਪੜ ਮਾਰਨ ਲੱਗ ਜਾਂਦੀ ਸੀਗੀ। ਭੈਣੇ ਤੁਸੀਂ ਚੰਗੇ ਭਲੇ ਬੈਠੇ ਹੋ, ਤੁਹਾਨੂੰ ਚੰਗੇ ਭਲਿਆਂ ਨੂੰ ਨਾ ਕੋਈ ਆ ਕੇ ਬਹੁਤ ਵੱਡੀ ਸ਼ੌਕਿੰਗ ਨਿਊਜ਼ ਮਿਲ ਜਾਵੇ, ਤੁਸੀਂ ਕਿੱਦਾਂ ਰਿਐਕਟ ਕਰਦੇ ਹੋ? ਹਾਂ, ਬਹੁਤ ਜ਼ਿਆਦਾ ਤਸ਼ੱਦਦ ਜਾਂ ਗੁਰਦੀਪ ਮਾਨਸਿਕ ਅਤਿਆਚਾਰ ਸਹਿਣ ਤੋਂ ਬਾਅਦ ਜਿਹੜਾ ਬੰਦਾ ਨਾ ਮੈਂਟਲੀ ਕਿੰਨਾ ਕਨਫਿਊਜ਼ ਹੁੰਦਾ, ਉਹਦੇ ਐਕਸਪ੍ਰੈਸ਼ਨ ਕਿਵੇਂ ਦੇ ਹੋ ਜਾਂਦੇ, ਉਹਦੇ ਐਕਸ਼ਨ ਕਿਵੇਂ ਦੇ ਹੋ ਜਾਂਦੇ, ਇਹ ਆਪਾਂ ਸਮਝ ਸਕਦੇ ਆ ਨਾ ਇਸ ਚੀਜ਼ ਨੂੰ। ਜਿਵੇਂ ਹੁਣ ਡਿਪਰੈਸ਼ਨ ਦੇ ਕਿੰਨੇ ਜ਼ਿਆਦਾ ਸਿੰਪਟਮਸ ਨੇ, ਕਿਸੇ ਬੰਦੇ ਦਾ ਕਿਵੇਂ ਦਾ ਡਿਪਰੈਸ਼ਨ ਹੁੰਦਾ। ਕਈ ਲੋਕੀ ਡਿਪਰੈਸ਼ਨ 'ਚ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਨੇ, ਹੈ ਨਾ। ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਮੈਂਟਲੀ ਅਪਸੈਟ ਹੋ ਗਏ। ਆਪਾਂ ਉਹਨਾਂ ਚੀਜ਼ਾਂ ਨੂੰ, ਉਹਦੀ ਹਿਸਟਰੀ ਨਹੀਂ ਦੇਖਦੇ ਵੀ ਯਾਰ ਇਹਦੀ ਇਹ ਮਾਨਸਿਕ ਹਾਲਤ ਬਣੀ ਕਿਵੇਂ ਆ, ਹੈ ਨਾ। ਹੁਣ ਆਪਾਂ ਨੂੰ ਉਹ ਚੀਜ਼ਾਂ, ਉਹ ਕੋਈ ਨਿਊਜ਼ ਤੁਹਾਨੂੰ ਤੁਹਾਡੇ ਰਿਸ਼ਤੇ ਦੀ ਮਿਲ ਜਾਵੇ ਆ ਕੇ, ਜਿਹੜੀ ਤੁਸੀਂ ਜ਼ਿੰਦਗੀ 'ਚ ਕਦੇ ਐਕਸਪੈਕਟ ਹੀ ਨਾ ਕੀਤੀ ਹੋਵੇ। ਤੁਸੀਂ ਸਮਝਦੇ ਹੋ ਵੀ ਇਸ ਬੰਦੇ ਤੇ ਮੇਰਾ ਤੇ ਸਿਰਫ ਮੇਰੇ ਬੱਚਿਆਂ ਦਾ ਹੱਕ ਆ, ਸਡਨਲੀ ਤੁਹਾਨੂੰ ਪਤਾ ਲੱਗੇ ਕਿ ਇਹਦਾ ਤਾਂ ਮਤਲਬ ਹੋਰ ਵੀ ਕਿਤੇ ਰਿਸ਼ਤਾ, ਇਹ ਮਤਲਬ ਮੇਰਾ ਹਸਬੈਂਡ ਤਾਂ ਹੋਰ ਵੀ ਕਈ ਥਾਈਂ ਜਾਂਦਾ ਵਾ ਜਾਂ ਹੋਰ ਵੀ ਕਈ ਰਿਸ਼ਤਿਆਂ ਦੇ ਵਿੱਚ ਬੰਨਿਆ ਹੋਇਆ। ਕੀ ਤੁਸੀਂ ਇਸ ਚੀਜ਼ ਨੂੰ ਝੱਲ ਸਕਦੇ ਹੋ? ਬਿਲਕੁਲ ਗੁਰਦੀਪ, ਦੇਖੋ ਤਾਂ ਉੱਥੇ ਤੁਹਾਡੀ ਉੱਥੇ ਤੁਸੀਂ ਕਿਸੇ ਤੋਂ ਕੀ ਐਕਸਪੈਕਟ ਕਰੋਗੇ ਵੀ ਉਹ ਨਾਰਮਲ ਦਿਸੂਗਾ ਤੁਹਾਨੂੰ? ਤਾਂ ਉੱਥੇ ਮਤਲਬ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਨਹੀਂ ਚੱਲਦੀਆਂ ਹੁੰਦੀਆਂ। ਜਿਵੇਂ ਕਈ ਵਾਰ ਆਪਾਂ ਕਿਸੇ ਦੀ ਮੌਤ ਦੀ ਜਦੋਂ ਖਬਰ ਸੁਣਦੇ ਆ ਨਾ, ਉਸ ਤੋਂ ਬਾਅਦ ਕਿਸੇ ਦੀ ਦਿਮਾਗੀ ਹਾਲਤ ਉਨੀ ਠੀਕ ਨਹੀਂ ਹੁੰਦੀ, ਤਾਂ ਆਪਾਂ ਕਹਿੰਦੇ ਆ ਵੀ ਇਹਨੂੰ ਸਦਮਾ ਲੱਗਿਆ ਉਸ ਚੀਜ਼ ਦਾ, ਹੈ ਨਾ। ਇੱਕ ਛੋਟੇ ਜਿਹੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਵੀ ਕਿਸੇ ਦਾ ਇੱਕ ਕੁੱਤਾ ਸੀਗਾ ਤੇ ਉਹ ਫੈਮਿਲੀ ਬਾਹਰ ਚਲੇ ਗਈ ਤੇ ਉਹ ਕੁੱਤਾ ਡਿਪਰੈਸ਼ਨ 'ਚ ਆ ਗਿਆ। ਤੁਹਾਨੂੰ ਪਤਾ ਉਹ ਕੁੱਤੇ ਨੇ ਉਨੀ ਦੇਰ ਤੱਕ ਖਾਣਾ ਨਹੀਂ ਖਾਧਾ। ਉਹ ਡਾਕਟਰ ਕੋਲ ਵੀ ਲੈ ਕੇ ਗਏ, ਜਿਨ੍ਹਾਂ ਕੋਲ ਉਹ ਛੱਡ ਕੇ ਗਏ। ਉਹ ਕਹਿੰਦੇ ਵੀ ਇਹਦੀ ਜਗ੍ਹਾ ਬਦਲੀ ਆ ਜਾਂ ਇਹਦਾ ਕੁਛ ਕੀਤਾ ਤੁਸੀਂ? ਉਹ ਕਹਿੰਦੇ ਵੀ ਇਹਨੂੰ ਅਸੀਂ ਆਪਦੇ ਕੋਲ ਲੈ ਕੇ ਆਏ ਆ, ਵੀ ਇਹਦੀ ਜਿਹੜੀ ਫੈਮਿਲੀ ਸੀ ਉਹ ਸਾਰੇ ਬਾਹਰ ਚਲੇ ਗਏ। ਉਹ ਕਹਿੰਦੇ ਘਰ 'ਚ ਕੌਣ ਸੀ? ਕਹਿੰਦੇ ਘਰ 'ਚ ਇਹ ਸੀ। ਕਹਿੰਦੇ ਕੋਈ ਬੱਚਾ ਸੀ? ਕਹਿੰਦੇ ਘਰ 'ਚ 6 ਸਾਲ ਦਾ ਬੱਚਾ ਸੀਗਾ। ਉਹ ਕਹਿੰਦੇ ਉਹ ਬੱਚੇ ਨਾਲ ਇਹਦੀ ਗੱਲ ਕਰਵਾਓ। ਮਤਲਬ ਇਹ ਸੱਚੀ ਕੋਈ ਮਤਲਬ ਝੂਠੀ ਗੱਲ ਨਹੀਂ, ਇਹ ਸੱਚੀ ਗੱਲ ਆ। ਤੇ ਉਹਨਾਂ ਨੇ ਫਿਰ ਉਸ ਬੱਚੇ ਦੀ ਉਹ ਕੁੱਤੇ ਨੂੰ ਦਿਖਾਇਆ ਤੇ ਉਹਨਾਂ ਨੇ ਉਹਦੀ ਆਵਾਜ਼ ਸੁਣੀ ਤੇ ਤੁਹਾਨੂੰ ਪਤਾ, ਤੇ ਉਸ ਤੋਂ ਬਾਅਦ ਜਾ ਕੇ ਉਹ ਕੁੱਤੇ ਨੇ ਰੋਟੀ ਖਾਧੀ। ਜਦ ਇੱਕ ਜਾਨਵਰ ਤੇ ਇੰਨਾ ਅਸਰ ਹੋ ਸਕਦਾ ਤੇ ਆਪਾਂ ਤਾਂ ਫੇਰ ਇਨਸਾਨ ਆ। ਮੈਂ ਉਹੀ ਕਹਿ ਰਹੀ ਹਾਂ ਗੁਰਦੀਪ, ਆਪਾਂ ਕਹਿ ਦਿੰਦੇ ਆ ਕਿ ਹਨਾ ਮਤਲਬ ਕਿ ਕੁੜੀਆਂ ਇਗਨੋਰ ਕਰਨ ਸਾਰਾ ਕੁਝ। ਜਦੋਂ ਅਸੀਂ ਕਿਸੇ ਦੇ ਘਰੇ ਵਿਆਹ ਕੇ ਜਾਂਦੇ, ਉੱਥੇ ਸਾਡਾ ਸਭ ਤੋਂ ਨਜ਼ਦੀਕ ਦਾ ਰਿਸ਼ਤਾ ਕੌਣ ਹੁੰਦਾ? ਸਾਡਾ ਘਰ ਵਾਲਾ ਹੁੰਦਾ ਨਾ। ਤੇ ਉਹੀ ਘਰ ਵਾਲਾ ਜਦੋਂ ਤੁਹਾਨੂੰ ਇਦਾਂ ਮਿਸਟਰੀਟ ਕਰਦਾ ਏ, ਜਾਂ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਅੱਜ ਪਤਾ ਕਿ ਮੇਰਾ ਤੇ ਸਿਰਫ ਮੇਰੇ ਬੱਚਿਆਂ ਦਾ ਹੱਕ ਹੈ ਇਸ ਬੰਦੇ ਤੇ, ਹੈ ਨਾ। ਉਹ ਬਾਹਰ ਜਾ ਕੇ ਉਹੀ ਸਾਂਝ ਕਿਸੇ ਹੋਰ ਨਾਲ ਪਾਲ ਰਿਹਾ, ਤਾਂ ਮਤਲਬ ਉਸ ਕੁੜੀ ਦੀ ਮਾਨਸਿਕਤਾ ਨੂੰ ਤੁਸੀਂ ਨਹੀਂ ਸਮਝ ਸਕਦੇ। ਜੇ ਤੁਸੀਂ ਸਮਝਣਾ ਚਾਹੁੰਦੇ ਹੋ ਨਾ, ਇੱਕ ਮੁੰਡਾ ਜੇ ਹੱਕ ਸਮਝਦਾ ਵੀ ਉਹ ਆਪਣੀ ਘਰ ਵਾਲੀ ਦੇ ਜਦੋਂ ਜੀ ਕਰੇ ਚਪੇੜ ਮਾਰ ਸਕਦਾ, ਤਾਂ ਉਹਨੂੰ ਇਹ ਇੱਕ ਦਿਨ ਲਈ ਉਹ ਸੋਚ ਲਵੇ ਵੀ ਅੱਜ ਮੈਂ ਇਹਦੀ ਘਰ ਵਾਲੀ ਹਾਂ ਤੇ ਇਹ ਮੇਰਾ ਹਸਬੈਂਡ ਆ, ਹੈ ਨਾ। ਉਹ ਸੋਚੇ ਕਿ ਇਹ ਬਾਹਰੋਂ ਆਇਆ ਤੇ ਇਹਨੇ ਮੇਰੀ ਚਪੇੜ ਮਾਰੀ। ਉਹਨੂੰ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖਣਾ ਚਾਹੀਦਾ, ਹੈ ਨਾ। ਉਹ ਸੋਚੇ ਕਿ ਮੈਂ ਘਰੇ ਬੈਠਾ ਤੇ ਇਹ ਆਪਣਾ ਜਿਹੜੀ ਸਾਂਝ ਇਹਦੀ ਮੇਰੇ ਨਾਲ ਹੋਣੀ ਚਾਹੀਦੀ ਹੈ, ਬਾਹਰ ਸਾਰੀ ਵੰਡਿਆ ਆ, ਹੈ ਨਾ। ਤਾਂ ਫਿਰ ਉਹ ਸੋਚੇ ਕਿ ਜੇ ਇੱਕ ਔਰਤ ਮੇਰੇ ਨਾਲ ਇਹ ਸਭ ਕਰੇ ਤਾਂ ਕੀ ਮੈਂ ਉਹ ਚੀਜ਼ ਝੱਲ ਸਕਦਾ? ਕਿਉਂਕਿ ਤੁਹਾਡੇ ਸਰੀਰ ਅਲੱਗ ਨੇ, ਮਾਨਸਿਕਤਾ ਤਾਂ ਤੁਹਾਡੀ ਇੱਕੋ ਹੀ ਆ ਨਾ। ਜੇ ਮੈਂ ਆਪਣੇ ਹਸਬੈਂਡ ਨੂੰ ਉਨੀ ਮੁਹੱਬਤ ਕਰਦੀ ਹਾਂ, ਉਹ ਵੀ ਮੈਨੂੰ ਉਨੀ ਕਰਦਾ, ਤਾਂ ਮਤਲਬ ਸਾਡੀ ਮਾਨਸਿਕਤਾ ਇੱਕੋ ਜਿਹੀ ਆ ਨਾ। ਜੇ ਤੁਸੀਂ ਕੁਛ ਵੀ ਕਰੋਗੇ, ਹੈ ਨਾ, ਤਾਂ ਉਹਦੇ ਤੇ ਮੇਰਾ ਉਨਾ ਹੀ ਅਸਰ ਪਊ। ਮੇਰੇ ਤੇ ਕੁੜੀ ਹੋਣ ਦੇ ਨਾਤੇ ਜ਼ਿਆਦਾ ਅਸਰ ਪਊਗਾ, ਕਿਉਂਕਿ ਮੇਰੇ ਲਈ ਜਿਵੇਂ ਮੈਂ ਕਿਹਾ ਕਿ ਉਸ ਘਰ 'ਚ ਸਭ ਤੋਂ ਇੰਪੋਰਟੈਂਟ ਰਿਸ਼ਤਾ ਹੀ ਉਹ ਆ, ਹੈ ਨਾ। ਅਸੀਂ ਕਹਿ ਦਿੰਦੇ ਹਾਂ ਕਿ ਬੱਚਿਆਂ ਲਈ ਤੂੰ ਰਹਿ ਲਾ, ਪਰ ਤੁਹਾਨੂੰ ਪਤਾ ਹੈ ਕਿ ਘਰਾਂ ਦੀਆਂ ਲੜਾਈਆਂ ਦਾ ਬੱਚਿਆਂ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ, ਹੈ ਨਾ। ਕਿੰਨੀਆਂ ਵੀਡੀਓਜ਼ ਉਸ ਕੁੜੀ ਦੀਆਂ ਆਈਆਂ ਜਿੱਥੇ ਉਹਦੇ ਬੱਚੇ ਚੀਕ ਰਹੇ ਨੇ ਕਿ ਪਾਪਾ ਤੁਸੀਂ ਮਤਲਬ ਮੰਮਾ ਨੂੰ ਮਾਰੋ ਨਾ, ਤੇ ਉਹ ਨਿਆਣਿਆਂ ਨੂੰ ਕਿੰਨੀ ਕੁ ਹੈਲਦੀ ਲਾਈਫ ਦੇ ਰਿਹਾ। ਇੱਕ ਔਰਤ ਨੂੰ ਤੁਸੀਂ ਆਪਣੇ ਘਰੇ ਲਿਆਉਂਦੇ ਹੋ, ਉਹਦੇ 'ਚੋਂ ਸਿਰਫ ਨਿਆਣੇ ਪੈਦਾ ਕਰਨ ਲਈ ਲੈ ਕੇ ਆਉਂਦੇ ਹੋ ਤੁਸੀਂ ਕਿ ਉਹ ਨਿਆਣੇ ਵੱਡੇ ਹੋਣਗੇ ਤੇ ਸਾਡਾ ਦੁਨੀਆ ਤੇ ਨਾ ਚੱਲੂਗਾ, ਹੈ ਨਾ। ਇਹੋ ਜਿਹਾ ਵਿਆਹ ਤੁਸੀਂ ਕਰਾਓ ਹੀ ਨਾ। ਤੁਸੀਂ ਕਾਹਦੇ ਲਈ ਇਹੋ ਜਿਹੇ ਵਿਆਹ ਕਰਾਉਂਦੇ ਹੋ ਜਿੱਥੇ ਤੁਸੀਂ ਇੱਕ ਬੰਦੇ ਨੂੰ ਲਿਆ ਕੇ ਕੈਦੀ ਬਣਾ ਲੈਂਦੇ ਹੋ ਸਾਰੀ ਜ਼ਿੰਦਗੀ, ਹੈ ਨਾ। ਡੋਮੈਸਟਿਕ ਵਾਇਲੈਂਸ ਤਾਂ ਗੁਰਦੀਪ ਚਾਹੇ ਮੁੰਡਾ ਚੱਲ ਰਿਹਾ, ਬਹੁਤ ਸਾਰੀਆਂ ਕੁੜੀਆਂ ਵੀ ਨੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਕਰਦੀਆਂ ਨੇ, ਵੀ ਆਪਾਂ ਕਹਿੰਦੇ ਗਲਤ ਐਲੀਗੇਸ਼ਨ ਲਾ ਕੇ, ਹੈ ਨਾ, ਕੁੜੀਆਂ ਮੁੰਡਿਆਂ ਨੂੰ ਫਸਾ ਦਿੰਦੀਆਂ ਨੇ। ਚਾਹੇ ਕੁੜੀ ਚੱਲ ਰਹੀ ਆ, ਸੁਸਾਇਟੀ ਉਸ ਚੀਜ਼ ਨੂੰ ਲੈ ਕੇ ਇੰਨੀ ਕੁ ਜ਼ਿਆਦਾ ਐਕਸੈਪਟੈਂਸ ਰੱਖਿਓ ਕਦੇ ਵੀ ਭਾਈ, ਜਿਵੇਂ ਵਿਆਹ ਤੁਹਾਡਾ ਦੋਵਾਂ ਜੀਆਂ ਦੀ ਇੱਕ ਸਾਂਝ ਹੈ ਤੇ ਤੁਹਾਡਾ ਦੋਵਾਂ ਦਾ ਫੈਸਲਾ ਸੀ, ਇਹ 'ਚੋਂ ਬਾਹਰ ਆਉਣਾ ਵੀ ਤੁਹਾਡਾ ਦੋਵਾਂ ਦਾ ਫੈਸਲਾ ਹੋਣਾ ਚਾਹੀਦਾ, ਹੈ ਨਾ।
ਆਪਾਂ ਕਹਿੰਦੇ ਹਾਂ ਕਿ ਆਪਾਂ ਨਾ ਕਈ ਬੰਦਿਆਂ ਦੀ ਬਹੁਤ ਪ੍ਰੇਜ਼ ਕਰਦੇ ਆ, ਉਹਨਾਂ ਦੀ ਆਪਾਂ ਤਾਂ ਕਰਦੇ ਆ ਕਿਉਂਕਿ ਉਹਨਾਂ ਦਾ ਦਿਮਾਗ ਵਾਕਈ ਖੁੱਲ੍ਹਾ ਹੁੰਦਾ। ਮੈਨੂੰ ਇੱਕ ਵਾਰ ਮੈਂ ਨਰਿੰਦਰ ਕਪੂਰ ਉਹਨਾਂ ਨੂੰ ਮਿਲੀ, ਉਹਨਾਂ ਨੇ ਮੈਨੂੰ ਕਿਹਾ ਮੇਰੇ ਬੇਟੇ ਨੇ ਡਿਵੋਰਸ ਲੈਣਾ ਸੀਗਾ। ਉਹਨੇ ਮੈਨੂੰ ਕਾਲ ਕੀਤੀ, ਪਾਪਾ ਮੇਰੀ ਅੰਡਰਸਟੈਂਡਿੰਗ ਨਹੀਂ ਹੋ ਰਹੀ ਕਿ ਮੈਂ ਇਸ ਰਿਸ਼ਤੇ 'ਚੋਂ ਬਾਹਰ ਆ ਸਕਦਾ। ਤਾਂ ਕਹਿੰਦੇ, ਮੈਂ ਕਿਹਾ ਵੀ ਹਾਂ ਤੂੰ ਬਿਲਕੁਲ ਆ ਸਕਦਾ। ਤੇ ਕਹਿੰਦੇ ਉਹਨੇ ਕਿਹਾ ਵੀ ਤੁਹਾਡਾ ਬਹੁਤ ਵੱਡਾ ਨਾਂ ਹੈ। ਕਹਿੰਦੇ ਮੈਂ ਕਿਹਾ ਮੇਰਾ ਨਾਂ ਤੇਰੀ ਜ਼ਿੰਦਗੀ ਤੋਂ ਵੱਡਾ ਨਹੀਂ ਹੈਗਾ, ਹੈ ਨਾ। ਕਾਸ਼ ਮਾਪੇ ਜਿਹੜੇ ਬੱਚੇ ਨੂੰ ਬੁਖਾਰ ਤੱਕ ਹੋ ਜਾਂਦਾ, ਤੁਸੀਂ ਸਾਰੀ ਰਾਤ ਨਹੀਂ ਸੌਂਦੇ, ਹੈ ਨਾ। ਫਿਰ ਇੱਕ ਬੱਚਾ ਤੁਹਾਨੂੰ 5 ਸਾਲ ਤੋਂ ਵੀਡੀਓਜ਼ ਭੇਜ ਰਿਹਾ ਕਿ ਮੇਰੇ ਨਾਲ ਆਹ ਕੁਛ ਹੋ ਰਿਹਾ, ਮੇਰੇ ਨਾਲ ਇੰਨੀ ਕੁੱਟਮਾਰ ਹੋ ਰਹੀ ਹੈ, ਮੈਂ ਇੰਨਾ ਜ਼ਿਆਦਾ ਮਾਨਸਿਕ ਤੌਰ 'ਤੇ ਦੁਖੀ ਹਾਂ। ਤੁਸੀਂ 5 ਸਾਲ ਸੁੱਤੇ ਕਿਵੇਂ ਹੋਵੋਗੇ, ਹੈ ਨਾ। ਤੁਸੀਂ ਜਿਹੜੇ ਬੱਚੇ ਨੂੰ ਬੁਖਾਰ 'ਚ, ਇੱਕ ਰਾਤ ਬੁਖਾਰ 'ਚ ਨਹੀਂ ਤੁਸੀਂ ਮਾਂ ਚੰਗੀ ਤਰ੍ਹਾਂ ਸੌਂ ਸਕਦੀ ਜਾਂ ਪਿਓ ਚੰਗੀ ਤਰ੍ਹਾਂ ਸੌਂ ਸਕਦਾ, ਤਾਂ ਉਹਨੂੰ ਤੁਸੀਂ 5 ਸਾਲ ਇੱਕ ਬਗਾਨੇ ਮੁਲਕ 'ਚੋਂ ਚੀਕਦਾ ਰਿਹਾ ਕਿ ਮੈਂ ਤੰਗ ਆ, ਹੈ ਨਾ। ਤੇ ਉਹਦੀ ਮਦਦ ਲਈ ਕੋਈ ਨਹੀਂ ਅੱਗੇ ਆਇਆ। ਹੁਣ ਸਾਡੇ ਸਾਰਿਆਂ ਕੋਲ ਵਕਤ ਆ ਉਹਦੇ ਬਾਰੇ ਗੱਲਾਂ ਕਰਨ, ਕਿਉਂਕਿ ਅਸੀਂ ਇਹੀ ਕਹਿੰਦੇ ਰਹਿੰਦੇ ਆ, ਚੱਲ ਕੋਈ ਗੱਲ ਨਹੀਂ, ਇਹ ਨਹੀਂ ਚੱਜਦਾ ਹੈਗਾ, ਤੂੰ ਘੱਟੋ ਘੱਟ ਵਧੀਆ ਕੰਟਰੀ 'ਚ ਤਾਂ ਬੈਠੀ ਆ, ਤੇਰੇ ਨਿਆਣੇ ਨੇ, ਤੂੰ ਵਧੀਆ ਆਪਦਾ ਕਮਾ ਰਹੀ ਆ, ਵਧੀਆ ਜ਼ਿੰਦਗੀ ਜਿਉ ਰਹੀ ਆ, ਡਿਵੋਰਸ ਲੈ ਲੇਂਗੀ, ਤੇਰਾ ਕੀ ਹੋਊ, ਤੇਰੇ ਨਿਆਣਿਆਂ ਦਾ ਕੀ ਹੋਊ, ਫਿਰ ਤੂੰ ਤੇਰੇ ਨਿਆਣਿਆਂ ਦੇ ਰਿਸ਼ਤੇ ਨਹੀਂ ਮਿਲਣੇ ਗਾਹਾਂ, ਤੇਰੇ ਨਿਆਣੇ ਦੇ ਰਿਸ਼ਤੇ ਨਹੀਂ ਮਿਲਣੇ, ਇੱਥੇ ਸਾਨੂੰ 100 ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ, ਚੱਲ ਕੱਲਾ ਇਹੀ ਨਹੀਂ ਚੱਜਦਾ, ਤੂੰ ਰਹੀ ਜਾ। ਯਾਰ ਤੁਸੀਂ ਇੱਕ ਦਿਨ ਉਸ ਬੰਦੇ ਦੀ ਥਾਂ ਤੇ ਆ ਕੇ ਖੜ ਕੇ ਦਿਖਾਓ ਮੈਨੂੰ, ਹੈ ਨਾ। ਹੁਣ ਜਿਵੇਂ ਹੁਣ ਇਹ ਸਾਰੀਆਂ ਐਕਸਟਰਾ ਮੈਰਿਟਲ ਅਫੇਅਰ ਕੋਈ ਛੋਟੀ ਮੋਟੀ ਚੀਜ਼ ਨਹੀਂ ਆ, ਡੋਮੈਸਟਿਕ ਵਾਇਲੈਂਸ ਕੋਈ ਛੋਟੀ ਮੋਟੀ ਚੀਜ਼ ਨਹੀਂ ਆ। ਸਾਡੇ ਘਰਾਂ ਦੇ ਵਿੱਚ ਹੀ ਰੂਟ ਕਾਜ਼ ਪਏ ਨੇ ਜਿਨ੍ਹਾਂ ਨੂੰ ਸਾਨੂੰ ਸਮਝਣਾ ਪਊਗਾ। ਗਿੱਪੀ ਉਹਨਾਂ ਦੀ ਇੱਕ ਫਿਲਮ ਆ ਰਹੀ ਹੈ ਯਾਰ ਮੇਰਾ ਤਿਤਲੀਆਂ ਵਰਗਾ, ਉਹਨਾਂ ਨੇ ਇੱਕ ਕਾਮੇਡੀ ਤਰੀਕੇ ਦੇ ਨਾਲ ਫਿਲਮ ਸ਼ਾਇਦ ਉਹ ਦਿਖਾਉਣਗੇ ਜਿੰਨਾ ਟ੍ਰੇਲਰ ਤੋਂ ਪਤਾ ਲੱਗ ਰਿਹਾ, ਪਰ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਸਹੀ ਪੁਆਇੰਟ ਫੜਿਆ ਵਾ ਵੀ ਬੱਚੇ ਹੋਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਲੋਕਾਂ ਦੇ ਬਾਹਰ ਰਿਸ਼ਤੇ ਬਣਦੇ ਨੇਗੇ। ਕਿਉਂਕਿ ਉਦੋਂ ਹਸਬੈਂਡ ਤੇ ਵਾਈਫ ਦੇ ਵਿਚਾਲੇ ਬੱਚਾ ਆ ਜਾਂਦਾ ਹੈ ਨਾ। ਪਰ ਔਰਤ ਉਸ ਚੀਜ਼ ਨੂੰ ਸਮਝਦੀ ਹੈ ਕਿ ਇਹਦਾ ਇੱਥੇ ਹੋਣਾ ਜਾਂ ਇਹਦਾ ਸਾਡੇ ਵਿਚਾਲੇ ਹੋਣਾ ਹੁਣ ਬਣਦਾ ਸੀ ਜਾਂ ਜ਼ਰੂਰੀ ਸੀ ਜਾਂ ਹੁਣ ਸਾਨੂੰ ਇਸ ਚੀਜ਼ ਨੂੰ ਸਮਝਣਾ ਪੈਣਾ। ਪਰ ਬਹੁਤੇ ਹਾਲਾਤਾਂ ਦੇ ਵਿੱਚ ਪਤੀ ਉਸ ਚੀਜ਼ ਨੂੰ ਨਹੀਂ ਸਮਝਦਾ ਹੈਗਾ, ਹੈ ਨਾ। ਵੀ ਇੱਥੇ ਬੱਚੇ ਕਰਕੇ ਆ ਦੂਰੀ, ਇਹ ਜਿਹੜੀ ਦੂਰੀ ਆ ਇਹ ਬੱਚਿਆਂ ਕਰਕੇ ਆ ਵੀ, ਜਾਂ ਫਿਜ਼ੀਕਲ ਨੀਡਸ ਦੀ ਤਾਂ ਜਿੰਨੀ ਤੁਹਾਨੂੰ ਜ਼ਰੂਰਤ ਆ ਉਨੀ ਹੀ ਉਹਨਾਂ ਦੀਆਂ ਨੀਡਸ ਨੇਗੀਆਂ, ਹੈ ਨਾ। ਤਾਂ ਜੇ ਉਹ ਮਤਲਬ ਠੀਕ ਠਾਕ ਆ ਜਾਂ ਉਹ ਤੁਹਾਡੇ ਨਾਲ ਚੱਲ ਰਹੀ ਹੈ, ਤਾਂ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਉਹਦੇ ਨਾਲ ਨਹੀਂ ਚੱਲ ਸਕਦੇ ਹੈਗੇ, ਹੈ ਨਾ। ਤਾਂ ਦੂਸਰੀ ਗੱਲ ਆ ਜਿਵੇਂ ਉਹਦੇ ਵਿੱਚ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨੂੰ ਵੀ ਬਹੁਤ ਟੱਚ ਕੀਤਾ ਗਿਆ ਵੀ ਅੱਜ ਕੱਲ੍ਹ ਕਿੰਨਾ ਸੌਖਾ ਹੋ ਗਿਆ ਕਿਸੇ ਦੇ ਨਾਲ ਕਿਸੇ ਵੀ ਰਿਲੇਸ਼ਨ ਦੇ ਵਿੱਚ ਆਉਣਾ, ਹੈ ਨਾ। ਸੋ ਇਹ ਸਾਰੀਆਂ ਬਹੁਤ ਬਾਅਦ ਦੀਆਂ ਗੱਲਾਂ ਨੇ। ਮੈਨੂੰ ਲੱਗਦਾ ਕੁੜੀ ਦੀ ਜਿਹੜੀ ਪੇਕੇ ਘਰ ਟ੍ਰੇਨਿੰਗ ਆ ਨਾ ਉਹਨਾਂ ਨੂੰ ਸਿਰਫ ਇਹੀ ਚੀਜ਼ ਕਹੀ ਜਾਓ ਵੀ ਬਸ ਹੁਣ ਤੇਰਾ ਵਿਆਹ ਕਰ ਦਈਏ, ਹੁਣ ਤੇਰਾ ਵਿਆਹ ਕਰ ਦਈਏ, ਹੁਣ ਤੇਰਾ ਵਿਆਹ ਹੋ ਜਾਵੇ। ਉਹਨੂੰ ਕਹੋ ਵੀ ਤੂੰ ਉਹਦੇ ਪੈਰਾਂ 'ਤੇ ਖੜੀ ਹੋਵੋ। ਬਸੰਤ ਹੋਰਾਂ ਦੀ ਆਪਾਂ ਇੰਟਰਵਿਊ ਕੀਤੀ ਸੀ, ਉਹਨਾਂ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਵੀ ਕੁੜੀ ਦਾ ਵਿਆਹ ਉਦੋਂ ਹੋਣਾ ਚਾਹੀਦਾ ਜਦੋਂ ਆਪਦੇ ਸਹੁਰੇ ਘਰ ਹੋਵੇ ਤੇ ਉਹਦੇ ਪੇਕੇ ਪਰਿਵਾਰ 'ਚੋਂ ਕੋਈ ਉਹਨੂੰ ਮਿਲਣ ਆਵੇ ਤੇ ਉਹਨੂੰ ਆਪਦੇ ਘਰ ਵਾਲੇ ਅੱਗੇ ਹੱਥ ਐ ਨਾ ਕਰਨਾ ਪਵੇ, ਹੈ ਨਾ। ਆਪਾਂ ਕਿਉਂ ਇਸ ਚੀਜ਼ ਤੇ ਹਲੇ ਵੀ ਫੋਕਸ ਕਰੀ ਜਾਂਦੇ ਆ ਵੀ ਵਿਆਹ ਹੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਨੋ ਡਾਊਟ ਜ਼ਿੰਦਗੀ 'ਚ ਮਤਲਬ ਸੈਟਲ ਤੁਸੀਂ ਉਦੋਂ ਹੀ ਹੁੰਦੇ ਹੋ ਜਦੋਂ ਤੁਹਾਡਾ ਵਿਆਹ ਹੋ ਜਾਂਦਾ। ਨੋ ਡਾਊਟ ਬਹੁਤ ਜ਼ਰੂਰੀ ਆ, ਪਰ ਵਿਆਹ ਜ਼ਿੰਦਗੀ ਨਹੀਂ। ਵਿਆਹ ਹਮੇਸ਼ਾ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਤੇ ਵਿਆਹ ਤੋਂ ਪਹਿਲਾਂ ਤੁਸੀਂ ਕੁੜੀਆਂ ਨੂੰ ਹੋਰ ਚੀਜ਼ਾਂ ਲਈ ਕਿਉਂ ਨਹੀਂ ਤਿਆਰ ਕਰਦੇ ਵੀ ਜਿਵੇਂ ਤੁਸੀਂ ਕਿਹਾ ਕਿ ਮੈਂਟਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕੱਲ੍ਹ ਨੂੰ ਤੁਹਾਡੀ ਕੁੜੀ ਨੂੰ ਉਹਦੇ ਘਰੇ ਕੋਈ ਤਕਲੀਫ ਹੁੰਦੀ ਆ, ਹੁਣ ਜਿਵੇਂ ਬਹੁਤੀਆਂ ਕੁੜੀਆਂ ਤਾਂ ਹੀ ਕੱਟੀ ਜਾਂਦੀਆਂ ਨੇਗੀਆਂ, ਉੱਥੇ ਨਰਕ ਭਰੀ ਜਾਂਦੀਆਂ ਨੇਗੀਆਂ ਵੀ ਮੈਂ ਜਾਊਂਗੀ ਕਿੱਥੇ, ਮੈਨੂੰ ਸਾਂਭਣਾ ਨਹੀਂ ਕਿਸੇ ਨੇ, ਪੇਕਿਆਂ ਨੇ ਮੇਰੇ ਵੱਲ ਨਹੀਂ ਦੇਖਣਾ ਹੈਗਾ। ਕਿਉਂਕਿ ਉਹ ਫਾਈਨੈਂਸ਼ਲੀ ਇੰਡੀਪੈਂਡੈਂਟ ਹੀ ਨਹੀਂ ਹੈਗੀ। ਹੁਣ ਜਿਹੜੀ ਕੁੜੀ ਕਮਾ ਰਹੀ ਆ, ਹੈ ਨਾ, ਆਪਦਾ ਸਾਰਾ ਕੁਝ ਉਹਦੇ ਕੋਲ ਹੈਗਾ, ਉਹਨੇ ਆਪਦੀਆਂ ਸੇਵਿੰਗਸ ਵੀ ਕੀਤੀਆਂ ਹੋਈਆਂ ਨੇ, ਉਹਨੇ ਆਪਦੀਆਂ ਜੋ ਚੀਜ਼ਾਂ ਲਈਆਂ ਹੋਈਆਂ ਨੇ ਉਹ ਉਹਦੇ ਨਾਮ ਨਹੀਂ ਗੀਆਂ, ਹੈ ਨਾ, ਤਾਂ ਉਹਨੂੰ ਕਿਸੇ ਵੱਲ ਦੇਖਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਔਖ ਤੁਸੀਂ ਕੱਟ ਰਹੇ ਹੋ, ਹੈ ਨਾ, ਰਾਤਾਂ ਜਾਗ ਕੇ ਤੁਸੀਂ ਕੱਟ ਰਹੇ ਹੋ। ਤਾਂ ਤੁਹਾਨੂੰ ਕਿਸੇ ਦੀ ਪਰਮਿਸ਼ਨ ਦੀ ਤਾਂ ਲੋੜ ਹੀ ਹੈ ਨਹੀਂ ਕਿ ਵੀ ਮੈਂ ਇਸ ਪਿੰਜਰੇ ਤੋਂ ਜਾਂ ਇਸ ਨਰਕ ਚੋਂ ਬਾਹਰ ਨਿਕਲਣਾ ਚਾਹੁੰਦੀ ਹਾਂ। ਤੁਸੀਂ ਜਦੋਂ ਖੁਦ ਕਮਾ ਰਹੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਸਕਦੇ ਹੋ। ਉੱਥੇ ਤੁਸੀਂ ਇਹ ਨਾ ਸੋਚੋ ਵੀ ਮੈਨੂੰ ਸਾਂਭੂਗਾ ਕੌਣ। ਸੋ ਇਸ ਕਰਕੇ ਵੀ ਆਪਾਂ ਹਮੇਸ਼ਾ ਕਹਿੰਦੇ ਆ ਕਿ ਕੁੜੀਆਂ ਦਾ ਨੌਕਰੀ ਕਰਦੇ ਹੋਣਾ ਜਾਂ ਕੁੜੀਆਂ ਦਾ ਕਮਾਉਂਦੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹ ਤੁਹਾਡੀ ਜ਼ਿੰਦਗੀ ਦੇ ਬਹੁਤ ਥਾਵੇਂ ਨੇ, ਤੁਹਾਨੂੰ ਹਿੰਮਤ ਵੀ ਦਿੰਦਾ, ਤੁਹਾਡੇ ਫੈਸਲੇ ਬਦਲ ਜਾਂਦੇ ਨੇ, ਤੁਹਾਡੇ ਫੈਸਲੇ ਬਦਲਦੇ ਨੇ, ਤੁਹਾਨੂੰ ਇੰਡੀਪੈਂਡੈਂਟ ਕਰਦਾ ਆ। ਗੁਰਦੀਪ, ਆਪਾਂ ਤਾਂ ਮੈਂ ਕਹਿੰਦੀ ਆ ਵੀ ਤੁਸੀਂ ਬਹੁਤ ਜ਼ਿਆਦਾ ਨਹੀਂ ਵੀ ਕਮਾਉਂਦੇ, ਹੈ ਨਾ, ਫਿਰ ਵੀ ਮੈਨੂੰ ਲੱਗਦਾ ਸੱਚੀ ਇਹ ਚੀਜ਼ ਹੁੰਦੀ ਹੈ ਕਿ ਕਿਸੇ ਨਾਲ ਇੱਕ ਰਾਤ ਕੱਢਣੀ ਔਖੀ ਵੀ ਹੋ ਜਾਂਦੀ ਹੈ ਤੁਹਾਨੂੰ, ਜੇ ਤੁਸੀਂ ਸੱਚੀ ਆਪਣੇ ਘਰ 'ਚ ਖੁਸ਼ ਨਹੀਂ ਹੈਗੇ, ਹੈ ਨਾ। ਬਿਲਕੁਲ। ਆਪਾਂ ਕਹਿੰਦੇ ਹੁੰਦੇ ਨਾ ਵੀ ਕੁੜੀਆਂ ਮਤਲਬ ਹਾਸੇ 'ਚ ਕਹਿੰਦੇ ਹੁੰਦੇ ਵੀ ਕਿੱਡਾ ਕੁ ਵੱਡਾ ਬੋਝ ਸੀ, ਮੈਂ ਕਿੰਨੀਆਂ ਕੁ ਰੋਟੀਆਂ ਖਾਂਦੀ ਸੀ, ਹੈ ਨਾ, ਜਿਹੜਾ ਮੈਨੂੰ ਮਾਂ ਪਿਓ ਨੇ ਐਂ ਧੱਕਾ ਦੇ ਦਿੱਤਾ।
ਮਤਲਬ ਇਸ ਇੱਕ ਗੱਲ ਦੇ ਪਿੱਛੇ ਕਿੱਡੀ ਵੱਡੀ ਚੀਜ਼ ਹੁੰਦੀ ਹੈ ਬੰਦੇ ਨੂੰ। ਜਦੋਂ ਤੁਸੀਂ ਕਹਿੰਦੇ ਹੋ ਕਿ ਮੈਨੂੰ ਧੱਕਾ ਦੇ ਦਿੱਤਾ, ਇਹਦਾ ਮਤਲਬ ਤੁਸੀਂ ਸੱਚੀ ਆਪਦੇ ਘਰ 'ਚ ਖੁਸ਼ ਨਹੀਂ ਹੈਗੇ, ਹੈ ਨਾ। ਇਹ ਚੀਜ਼ਾਂ ਇੱਕ ਮੁੰਡੇ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਮਝ ਲੈਣੀਆਂ ਚਾਹੀਦੀਆਂ ਨੇ ਕਿ ਜੇ ਮੇਰੇ ਘਰ 'ਚ ਕੋਈ ਆ ਰਿਹਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਮੇਰਾ ਗੁੱਸਾ ਝੱਲਣ ਲਈ ਆ ਰਿਹਾ, ਜਾਂ ਉਹ ਜਦੋਂ ਮੈਂ ਖੁਸ਼ ਹੋਊਂਗਾ ਫਿਰ ਉਹ ਮੇਰੀ ਖੁਸ਼ੀ 'ਚ ਸੈਲੀਬ੍ਰੇਟ ਕਰਨ ਲਈ ਆ ਰਿਹਾ, ਜਾਂ ਫਿਰ ਜ਼ਿੰਦਗੀ ਲਈ ਜਿਹੜੇ ਮੈਂ ਫੈਸਲੇ ਕਰੂੰਗਾ ਉਹ ਸੁਣਨ ਲਈ ਆ ਰਿਹਾ, ਹੈ ਨਾ। ਉਹਨੂੰ ਇਹ ਸਮਝਣਾ ਚਾਹੀਦਾ ਕਿ ਮੇਰੇ ਹੁਣ ਹਰ ਚੀਜ਼ 'ਚ ਇੱਕ 50% ਦਾ ਪਾਰਟਨਰ ਆ ਰਿਹਾ, ਚਾਹੇ ਉਹ ਮੇਰੀ ਕਮਾਈ ਆ, ਚਾਹੇ ਉਹ ਮੇਰੇ ਰਿਸ਼ਤੇ ਨੇ, ਚਾਹੇ ਅੱਗੇ ਜਾ ਕੇ ਮੇਰੀ ਜ਼ਿੰਦਗੀ ਦੇ ਫੈਸਲੇ ਨੇ, ਹੈ ਨਾ। ਜੇ ਤੁਸੀਂ ਉਹਨਾਂ ਚੀਜ਼ਾਂ ਲਈ ਤਿਆਰ ਨਹੀਂ, ਤੁਸੀਂ ਸਿਰਫ ਇਹੀ ਦੇਖ ਕੇ ਵੱਡੇ ਹੋਏ ਹੋ ਕਿ ਜਦੋਂ ਮਤਲਬ ਮੇਰੇ ਪਾਪਾ ਘਰੇ ਆਉਂਦੇ ਸੀ, ਮੇਰੀ ਮਾਂ ਪਹਿਲਾਂ ਪਾਣੀ ਦਾ ਗਲਾਸ ਲੈ ਕੇ ਖੜੀ ਹੁੰਦੀ ਸੀਗੀ, ਅਤੇ ਜੇ ਉਹ ਨਹੀਂ ਖੜੀ ਹੁੰਦੀ ਸੀ ਤਾਂ ਮੇਰਾ ਫਿਰ ਪਿਓ ਉਹਨੂੰ ਇਸ ਤਰੀਕੇ ਨਾਲ ਟਰੀਟ ਕਰਦਾ ਸੀ, ਅਤੇ ਮੈਂ ਵੀ ਉਸ ਚੀਜ਼ ਨੂੰ ਹੀ ਸਾਰੀ ਜ਼ਿੰਦਗੀ ਫੋਲੋ ਕਰੂੰਗਾ। ਫਿਰ ਤੁਹਾਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਕੁੜੀਆਂ ਨੇ ਜਿਹੜੀਆਂ, ਜੇ ਉਹ ਸੋਚਦੀਆਂ ਨੇ ਕਿ ਅੱਜ ਜ਼ਿੰਦਗੀ ਚੰਗੀ ਚੱਲ ਰਹੀ ਆ, ਵਿਆਹ ਤੋਂ ਬਾਅਦ ਘਰ ਵਾਲਾ ਝਿੜਕੂਗਾ ਵੀ ਤਾਂ ਮੈਂ ਤਾਂ ਮਰਨ ਵਾਲੀ ਹੋ ਜਾਊਂਗੀ, ਹੈ ਨਾ, ਮੈਂ ਤਾਂ ਖੇਸ ਲੈ ਕੇ ਪੈ ਜਾਊਂਗੀ ਵੀ ਉਹ ਤੂੰ ਮੈਨੂੰ ਕਿਉਂ ਐਵੇਂ ਕਹਿਤਾ, ਹੈ ਨਾ। ਜਾਂ ਮਤਲਬ ਜੇ ਉਹ ਮੇਰੀ ਜ਼ਿੰਦਗੀ 'ਚ ਹੋਊਗਾ ਤਦ ਹੀ ਮੈਂ ਖੁਸ਼ ਹੋਊਂਗੀ, ਤਦ ਹੀ ਮੈਂ ਵਧੀਆ ਤਰੀਕੇ ਨਾਲ ਬੱਚੇ ਪਾਲ ਸਕੂੰਗੀ। ਪਹਿਲੀ ਗੱਲ ਤਾਂ ਫਿਰ ਤੁਸੀਂ ਵਿਆਹ ਨਾ ਕਰਾਓ, ਹੈ ਨਾ, ਕਿਉਂਕਿ ਸੱਚੀ ਤੁਹਾਨੂੰ ਕੋਈ ਲਿਖ ਕੇ ਨਹੀਂ ਦਊਗਾ ਕਿ ਤੂੰ 100% ਖੁਸ਼ ਰਹੇਂਗੀ। ਤੁਹਾਨੂੰ ਇਹੋ ਜਿਹੀਆਂ ਉਦਾਹਰਨਾਂ ਰੋਜ਼ ਆਂਢੀ ਗੁਆਂਢੀ, ਤੁਹਾਡੇ ਮਾਂ ਪਿਓ, ਤੁਹਾਡੇ ਭੈਣ ਭਰਾ ਦੇਣਗੇ ਵੀ ਕੁਛ ਨਾ ਕੁਛ ਤਾਂ ਤੈਨੂੰ ਸਹਿਣਾ ਹੀ ਪਊਗਾ। ਦਿਮਾਗੀ ਤੌਰ 'ਤੇ ਆਪਣੇ ਆਪ ਨੂੰ ਐਡੇ ਪੱਕੇ ਕਰਕੇ ਲੈ ਕੇ ਜਾਓ ਦੂਜੇ ਘਰ 'ਚ, ਹੈ ਨਾ। ਸਭ ਤੋਂ ਵੱਡੀ ਚੀਜ਼ ਹੈ ਕਿ ਜੇ ਸਾਲ 2 ਦੇਖ ਲਓ, ਪਹਿਲੀ ਗੱਲ ਉਹਨਾਂ ਚਿਰ ਬੱਚੇ ਨਾ ਕਰੋ, ਬੰਦੇ ਦਾ ਮਿਜਾਜ ਵੇਖੋ, ਹੈ ਨਾ। ਰੱਬ ਨਾ ਕਰੇ, ਚਲੋ ਇਹ ਵੀ ਗਲਤੀ ਤੁਸੀਂ ਕਰ ਲਈ ਕਿ ਤੁਹਾਨੂੰ ਕਿਸੇ ਨੇ ਟਿਪਸ ਦੇਣੇ ਸ਼ੁਰੂ ਕਰਤੇ ਵੀ 2 ਸਾਲ 'ਚ ਬੰਦਾ ਸੁਧਰ ਜਾਂਦਾ ਹੁੰਦਾ, 3 ਸਾਲ 'ਚ ਬੰਦਾ ਸੁਧਰ ਜਾਂਦਾ, ਹੈ ਨਾ। ਤੁਸੀਂ ਬੱਚੇ ਕਰ ਲਏ, ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਜੇ ਫਿਰ ਵੀ ਤੁਸੀਂ ਤੰਗ ਹੋ ਉਸ ਬੰਦੇ ਤੋਂ, ਤੁਹਾਨੂੰ ਉਹਨੂੰ ਆਪਣੀ ਲਾਈਫ 'ਚੋਂ ਮਾਈਨਸ ਕਰ ਦੇਣਾ ਚਾਹੀਦਾ। ਫਿਰ ਤੁਸੀਂ ਸੱਚੀ ਆਪਣੇ ਨਿਆਣਿਆਂ 'ਤੇ ਫੋਕਸ ਕਰੋ, ਹੈ ਨਾ। ਇੰਨੇ ਕੱਚੇ ਨਾ ਹੋ ਜਾਓ ਵੀ ਤੂੰ ਦਿਸੇਗਾ ਤਾਂ ਹੀ ਮੇਰੀ ਜ਼ਿੰਦਗੀ ਆ, ਹੈ ਨਾ। ਕਿਸੇ ਮਤਲਬ ਤੁਹਾਡੀ ਜ਼ਿੰਦਗੀ ਕਿਸੇ ਬੰਦੇ ਨਾਲੋਂ ਸਸਤੀ ਨਹੀਂ ਹੈਗੀ, ਉਹਨੂੰ ਇੰਨੀ ਸਸਤੀ ਨਾ ਕਰੋ। ਮੈਨੂੰ ਉਸ ਕੁੜੀ 'ਤੇ ਸਿਰਫ ਇੱਕ ਗੁੱਸਾ ਆਉਂਦਾ ਕਿ ਉਹ ਬੰਦਾ ਜਿਹਨੇ ਤੈਨੂੰ 8 ਸਾਲ ਇੰਨਾ ਕੁੱਟਿਆ ਮਾਰਿਆ, ਅਜੇ ਵੀ ਤੂੰ ਉਹਨੂੰ ਜੀਣ ਦਾ ਮੌਕਾ ਦੇ ਕੇ ਗਈ, ਹੈ ਨਾ। ਤੇ ਆਪਣੇ ਬੱਚੇ ਉਹਦੇ ਹਵਾਲੇ ਕਰਕੇ ਗਈ, ਜਿਹੜਾ ਕਿ ਉਹਨਾਂ ਬੱਚਿਆਂ ਨੂੰ ਇੰਨੀ ਜ਼ਿਆਦਾ ਨਫ਼ਰਤ ਕਰਦਾ, ਹੈ ਨਾ। ਤੂੰ 30 ਸਾਲ ਦੀ ਹੋ ਕੇ ਇੱਕ ਚੀਜ਼ ਨੂੰ ਸਹਿ ਨਹੀਂ ਸਕੀ, ਤੂੰ 8-7 ਸਾਲ ਦੇ ਬੱਚੇ ਨੂੰ ਛੱਡ ਗਈ ਉਹ ਸਭ ਕੁਝ ਸਹਿਣ ਲਈ। ਉਹ ਸਹਿ ਸਕਦੇ ਆ? ਬੱਚੇ ਨਹੀਂ ਸਹਿ ਸਕਣੇ। ਉਹਨਾਂ ਦਾ ਜਾ ਕੇ ਅੱਗੇ ਜਾ ਕੇ ਫਿਊਚਰ ਕਿਵੇਂ ਦਾ ਹੋਊਗਾ, ਇਹ ਹੁਣ ਉਹਨਾਂ ਦੀ ਸੋਚ 'ਤੇ ਨਿਰਭਰ ਕਰਦਾ। ਉਹਨਾਂ ਨੂੰ ਕੋਈ ਉੱਥੇ ਮਾਂ ਗਾਈਡ ਕਰਨ ਵਾਲੀ ਨਹੀਂ ਹੋਊਗੀ, ਸਾਰੀ ਉਮਰ ਇਹ ਹਾਦਸਾ ਉਹਨਾਂ ਦੇ ਨਾਲ ਚੱਲਦਾ ਰਹੂਗਾ, ਹੈ ਨਾ। ਇਸ ਲਈ ਕੁੜੀਆਂ, ਸੱਚੀ ਮੈਂ ਕਹਿੰਦੀ ਹਾਂ ਗੁਰਦੀਪ, ਹਸਬੈਂਡ ਤੁਹਾਡੀ ਲਾਈਫ ਦਾ ਇੱਕ ਪਾਰਟ ਆ, ਤੁਹਾਡੀ ਲਾਈਫ ਨਹੀਂ ਹੈਗਾ, ਹੈ ਨਾ। ਉਹਦਾ ਮਿਜ਼ਾਜ ਨਹੀਂ ਤੁਹਾਡੇ ਨਾਲ ਮਿਲ ਰਿਹਾ, ਉਹਨੂੰ ਛੱਡੋ ਪਰੇ। ਆਪਾਂ ਪੰਜਾਬੀ 'ਚ ਕਹਿੰਦੇ ਨੇ ਢੱਠੇ ਖੂਹ 'ਚ ਜਾਣ ਦਿਓ ਫਿਰ, ਹੈ ਨਾ। ਜਿਹਨੇ ਸੋਚ ਹੀ ਲਿਆ ਕਿ ਮੈਂ ਜ਼ਿੰਦਗੀ 'ਚ ਸਹੀ ਰਾਹ ਤੁਰਨਾ ਹੀ ਨਹੀਂ ਹੈਗਾ, ਤੁਸੀਂ ਤਾਂ ਕਮ ਸੇ ਕਮ ਆਪਦਾ ਸਹੀ ਰਸਤਾ ਨਾ ਛੱਡੋ। ਜੇ ਤੁਹਾਡੇ ਕੁਦਰਤ ਨੇ ਤੁਹਾਨੂੰ ਇਹੋ ਜਿਹੇ ਗੰਦੇ ਰਿਸ਼ਤੇ 'ਚ ਵੀ ਨਿਆਣੇ ਦੇ ਦਿੱਤੇ ਨੇ, ਫਿਰ ਸੱਚੀ ਤੁਸੀਂ ਉਹਨਾਂ ਨਿਆਣਿਆਂ ਨਾਲ ਖੜ ਜਾਓ। ਇਹੋ ਜਿਹੇ ਰਿਸ਼ਤੇਦਾਰ ਜਿਹੜੇ ਤੁਹਾਨੂੰ ਇਹੋ ਜਿਹੀਆਂ ਘਟੀਆਂ ਸਲਾਹਾਂ ਦਿੰਦੇ ਨੇ, ਉਹਨਾਂ ਦੇ ਫੋਨ ਸੁਣਨੇ ਅਤੇ ਉਹਨਾਂ ਨੂੰ ਫੋਨ ਕਰਨੇ ਬੰਦ ਕਰ ਦਿਓ। ਮਾਨਸਿਕ ਤੌਰ 'ਤੇ ਇੰਨੇ ਪੱਕੇ ਹੋ ਜਾਓ ਕਿ ਅੱਜ ਜੇ ਮੇਰੇ ਦੁੱਖ 'ਚ ਕੋਈ ਮੇਰੇ ਨਾਲ ਨਹੀਂ ਖੜਾ ਨਾ, ਕੱਲ੍ਹ ਨੂੰ ਮਤਲਬ ਉਹ ਮੇਰੇ 'ਤੇ ਉਂਗਲ ਉਠਾਉਣ ਵਾਲਾ ਵੀ ਕੋਈ ਨਹੀਂ ਹੁੰਦਾ। ਆਪਣੇ ਬੱਚਿਆਂ ਲਈ ਉਹ ਫੈਸਲੇ ਲਓ ਜੋ ਉਹਨਾਂ ਲਈ ਜ਼ਰੂਰੀ ਨੇ, ਆਪਣੇ ਲਈ ਉਹ ਖੁਸ਼ੀ ਲੱਭੋ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ। ਨਾ ਕਿ ਤੂੰ ਘਰੇ ਲੇਟ ਆਇਆ ਤਾਂ ਮੈਂ ਰੋਟੀ ਨਹੀਂ ਖਾਊਂਗੀ, ਤੂੰ ਫਲਾਣੀ ਜਗ੍ਹਾ ਚਲਿਆ ਗਿਆ ਸੀ ਤਾਂ ਮੈਂ ਅੱਜ ਫਿਰ ਘਰ 'ਚ ਕੁਛ ਬਣਾਇਆ ਹੀ ਨਹੀਂ ਹੈਗਾ, ਮੈਂ ਅੱਜ ਕੰਘੀ ਨਹੀਂ ਕੀਤੀ, ਮੈਂ ਅੱਜ ਨਹਾਈ ਨਹੀਂ। ਜਿਹੜੀਆਂ ਸੱਸਾਂ ਜਾਂ ਮਾਵਾਂ ਤੁਹਾਨੂੰ ਇਹੋ ਜਿਹੇ ਟਿਪਸ ਦਿੰਦੀਆਂ ਨੇ ਨਾ ਕਿ ਬੰਦੇ ਤੋਂ ਬਿਨਾਂ ਜ਼ਿੰਦਗੀ ਨਹੀਂ ਹੁੰਦੀ, ਸੱਚੀ ਉਹਨਾਂ ਮਾਵਾਂ ਸੱਸਾਂ ਨੂੰ ਵੀ ਆਪਣੀ ਜ਼ਿੰਦਗੀ 'ਚੋਂ ਦੂਰ ਕਰ ਲਓ ਤੁਸੀਂ, ਹੈ ਨਾ। ਜਿਹੜੀਆਂ ਔਰਤਾਂ ਤੁਹਾਨੂੰ ਸਵਾਲ ਕਰਦੀਆਂ ਨੇ, ਜੇ ਤੁਸੀਂ ਤਲਾਕ ਲੈ ਲਿਓ, ਮੰਨ ਲਓ ਤੁਸੀਂ ਮਾਨਸਿਕ ਤੌਰ 'ਤੇ ਇੰਨੇ ਪੱਕੇ ਹੋ, ਤੁਹਾਨੂੰ ਹੋ ਗਿਆ ਕਿ ਮੈਂ ਤਾਂ ਤੇਰੇ ਬਿਨਾਂ ਵੀ ਰਹਿ ਲੂੰਗੀ, ਹੈ ਨਾ। ਤੁਸੀਂ ਤਲਾਕ ਲੈ ਲਿਆ, ਜਿਹੜਾ ਆ ਕੇ ਤੁਹਾਨੂੰ ਸਵਾਲ ਕਰੂਗਾ ਨਾ ਕਿ ਤੂੰ ਤਲਾਕ ਕਿਉਂ ਲੈ ਲਿਆ, ਉਹਨੂੰ ਪਹਿਲਾਂ ਪੁੱਛੋ ਵੀ ਤੂੰ ਮੇਰੇ ਮੂੰਹ 'ਚ ਰੋਟੀ ਦੀਆਂ ਕਿੰਨੀਆਂ ਬੁਰਕੀਆਂ ਪਾਈਆਂ ਨੇ, ਤੂੰ ਆ ਕੇ ਜਦੋਂ ਮੈਂ ਦੁਖੀ ਸੀ ਤੂੰ ਕਿੰਨੀ ਕੁ ਵਾਰ ਮੇਰੇ ਨਾਲ ਆ ਕੇ ਖੜਿਆ। ਜਦੋਂ ਤੈਨੂੰ ਉਹ ਚੀਜ਼ ਯਾਦ ਆ ਜੂ ਤਾਂ ਉਸ ਦਿਨ ਮੈਨੂੰ ਜ਼ਰੂਰ ਸਵਾਲ ਕਰਨ ਲਈ ਆਈ, ਹੈ ਨਾ। ਇੱਕ ਪਾਕਿਸਤਾਨ ਦੀ ਇੱਕ ਸਪੀਕਰ ਆ, ਉਹ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਕਿਸੇ ਗੰਦੇ ਰਿਸ਼ਤੇ 'ਚ, ਗਲੇ ਸੜੇ ਰਿਸ਼ਤੇ 'ਚ ਰਹਿਣ ਨਾਲੋਂ ਨਾ ਇਕੱਲੇ ਰਹਿਣਾ ਜ਼ਿਆਦਾ ਵਧੀਆ ਹੁੰਦਾ। ਉਹ ਰਿਸ਼ਤਾ ਇੱਕ ਦਿਨ ਤੁਹਾਡੇ ਮਾਨਸਿਕਤਾ ਨੂੰ ਵੀ ਗਾਲ ਦਿੰਦਾ, ਤੁਹਾਡੇ ਸਰੀਰ ਨੂੰ ਤਾਂ ਗਾਲ ਹੀ ਦਿੰਦਾ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਉੱਥੇ ਸਮਝ ਲਓ ਕਿ ਜੇ ਤਾਂ ਬੰਦਾ ਮਿਊਚੁਅਲ ਅੰਡਰਸਟੈਂਡਿੰਗ ਨਾਲ ਤਿਆਰ ਆ ਤੁਹਾਨੂੰ ਡਿਵੋਰਸ ਦੇਣ ਲਈ ਤਾਂ ਵੀ ਲੈ ਲਓ, ਨਹੀਂ ਜਿੰਨੀ ਕੋਸ਼ਿਸ਼ ਹੋ ਸਕਦੀ ਆ ਨਾ, ਮਤਲਬ ਤੁਸੀਂ ਉਸ ਰਿਸ਼ਤੇ ਤੋਂ ਛੇਤੀ ਬਾਹਰ ਆ ਜਾਓ। ਇੱਕ ਮੇਰੇ ਆਪਣੇ ਰਿਸ਼ਤੇਦਾਰ ਨੇ, ਉਹਨਾਂ ਨੇ ਇੱਕ ਗੱਲ ਸੁਣਾਈ ਸੀ, ਕਹਿੰਦੇ ਕਿ ਇੱਕ ਅੰਕਲ ਸੀਗੇ, ਉਹਨਾਂ ਦੀ ਰਿਸ਼ਤੇਦਾਰੀ 'ਚੋਂ ਇੰਨਾ ਜ਼ਿਆਦਾ ਕੁੱਟਦੇ ਸੀ ਆਪਣੀ ਵਾਈਫ ਨੂੰ ਵੀ ਕਈ ਵਾਰੀ ਉਹਨਾਂ ਨੇ ਨਾ ਉਹਦੇ
ਮਤਲਬ ਹੱਥਾਂ ਦੇ ਉੱਤੇ ਮੰਜੇ ਦੇ ਪਾਵੇ ਰੱਖ ਕੇ ਤੇ ਉਸ ਮੰਜੇ ਤੇ ਪੈ ਜਾਣਾ। ਤੇ ਕਹਿੰਦੇ ਜਿਸ ਦਿਨ ਉਹ ਮੁੱਕੇ ਉਹਨਾਂ ਦੀਆਂ ਭੈਣਾਂ ਰੋ ਰਹੀਆਂ ਸੀਗੀਆਂ, ਉਹਨਾਂ ਦੇ ਭਰਾ ਰੋ ਰਹੇ ਸੀ, ਉਹਨਾਂ ਦੇ ਸਾਰੇ ਰਿਸ਼ਤੇ, ਤੇ ਕਹਿੰਦੇ ਉਹ ਜਨਾਨੀ ਬੈਠੀ ਰੋਟੀ ਖਾ ਰਹੀ ਸੀਗੀ। ਉਹ ਕਹਿੰਦੀ ਵੀ ਮੈਂ ਮਤਲਬ ਰੱਬ ਦਾ ਇਸ ਘੜੀ ਲਈ ਸ਼ੁਕਰ ਕਰਦੀ ਹਾਂ ਤੇ ਅੱਜ ਮੈਂ ਰੱਜ ਕੇ ਰੋਟੀ ਖਾਧੀ ਹੈ ਨਾ। ਜੇ ਤੁਸੀਂ ਇੱਕ ਜਨਾਨੀ ਨੂੰ ਇਸ ਕਦਰ ਆਪਣੇ ਨਾਲ ਰੱਖ ਰਹੇ ਹੋ ਤੇ ਫਿਰ ਤੁਸੀਂ ਕਹਿ ਰਹੇ ਹੋ ਮੇਰੀ ਵਾਈਫ ਆ, ਹੈ ਨਾ, ਤੇ ਤੁਸੀਂ ਲੋਕਾਂ ਨੂੰ ਇੰਟਰੋਡਿਊਸ ਕਰਾ ਰਹੇ ਹੋ। ਮੈਨੂੰ ਲੱਗਦਾ ਉਹਨੂੰ ਪੁੱਛ ਕੇ ਦੇਖੋ ਵੀ ਉਹ ਤੇਰੀ ਵਾਈਫ ਕਹਾਉਣ 'ਚ ਰਿਸਪੈਕਟ ਮਹਿਸੂਸ ਕਰ ਰਹੀ ਆ ਜਾਂ ਨਹੀਂ ਕਰ ਰਹੀ, ਹੈ ਨਾ। ਉਹਨੂੰ ਤਾਂ ਇਹੀ ਲੱਗੂਗਾ। ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਔਰਤਾਂ ਗਿਣਾ ਰਹੀਆਂ ਹੁੰਦੀਆਂ ਨੇ, ਮੈਨੂੰ 17 ਸਾਲ ਹੋ ਗਏ ਧੱਕੇ ਖਾਂਦੀ ਨੂੰ, ਮੈਨੂੰ 15 ਸਾਲ ਹੋ ਗਏ, ਮੈਨੂੰ 10 ਸਾਲ ਹੋ ਗਏ ਤੇਰੇ ਨਾਲ, ਮਤਲਬ ਸੱਚੀ ਉਹ ਭਰੀ ਪਈ ਹੈ ਇੱਕ ਔਰਤ ਹੋਣ ਦੇ ਨਾਤੇ ਨਾ। ਉਹ ਤੁਹਾਨੂੰ ਆਪਣਾ ਲਾਈਫ ਪਾਰਟਨਰ ਨਹੀਂ ਸਮਝ ਰਹੀ, ਉਹ ਇਹੀ ਸਮਝ ਰਹੀ ਹੈ ਕਿ ਇਹ ਮਾਲਕ ਆ ਤੇ ਮੈਨੂੰ ਕਿਸੇ ਵੀ ਤਰੀਕੇ ਨਾਲ ਵਰਤਿਆ ਜਾ ਰਿਹਾ। ਬਿਲਕੁਲ। ਤੇ ਸਾਨੂੰ ਹਮੇਸ਼ਾ ਐਗਜ਼ਾਮਪਲਾਂ ਵੀ ਇਹੀ ਦਿੱਤੀਆਂ ਜਾਂਦੀਆਂ ਨੇ, ਪਤਾ ਨਹੀਂ ਕਿਹੜੇ ਜੁਗੜਿਆਂ ਦੀਆਂ ਲੱਭ ਬਦਲੀਆਂ ਨਹੀਂ ਹੈ ਉਦਾਹਰਨਾਂ ਸਾਨੂੰ ਦਿੱਤੀਆਂ ਜਾਂਦੀਆਂ ਨੇ ਕਿ ਪਹਿਲਾਂ ਦੇਖੋ ਆਏ ਹੁੰਦਾ ਸੀ, ਪਹਿਲਾਂ ਤਾਂ ਇਹਦੇ ਨਾਲੋਂ ਵੀ ਜ਼ਿਆਦਾ ਆਏ ਹੁੰਦਾ ਸੀ। ਤਾਂ ਕੀ ਜਿਹੜੀਆਂ ਚੀਜ਼ਾਂ ਗਲਤ ਨੇ ਉਹ ਘਟ ਗਈਆਂ, ਪਰ ਉਹਨਾਂ ਦਾ ਖਤਮ ਹੋਣਾ ਜ਼ਰੂਰੀ ਨਹੀਂ ਆ। ਜਿਹੜੀਆਂ ਚੀਜ਼ਾਂ ਹੈ ਹੀ ਨਹੀਂ ਵਧੀਆ, ਆਪਾਂ ਇਹੀ ਕਹਿੰਦੇ ਰਹਿੰਦੇ ਨਹੀਂ ਪਹਿਲਾਂ ਨਾਲੋਂ ਤਾਂ ਬਹੁਤ ਘਟ ਗਈਆਂ, ਪਰ ਕੀ ਅਸੀਂ ਇਹਨਾਂ ਨੂੰ ਬਿਲਕੁਲ ਹੀ ਇਨਕਾਰ ਨਹੀਂ ਸਕਦੇ ਕਿ ਸਾਨੂੰ ਇਹ ਥੋੜ੍ਹੀਆਂ ਬਹੁਤੀਆਂ ਵੀ ਨਹੀਂ ਚਾਹੀਦੀਆਂ, ਇਹ ਗਲਤ ਨੇ, ਇਹ ਸਾਡੇ ਲਈ ਸਹੀ ਨਹੀਂ, ਨਾ ਮਾਨਸਿਕ ਤੌਰ 'ਤੇ ਨਾ ਸਰੀਰਕ ਤੌਰ 'ਤੇ। ਇਹ ਚੀਜ਼ਾਂ ਬਿਲਕੁਲ ਹੀ ਖਤਮ ਹੋ ਜਾਣੀਆਂ ਚਾਹੀਦੀਆਂ ਨੇ। ਆਪਣਾ ਹਮਸਫ਼ਰ ਕਿਸੇ ਨਾਲ ਵੰਡਣਾ ਬਹੁਤ ਔਖਾ ਹੁੰਦਾ, ਇਹ ਹੋਈ ਨਹੀਂ ਸਕਦਾ। ਤੁਸੀਂ ਨਾ ਕਿਸੇ ਮੁੰਡੇ ਤੋਂ ਨਾ ਤੁਸੀਂ ਕਿਸੇ ਕੁੜੀ ਤੋਂ ਇਹ ਉਮੀਦ ਰੱਖ ਹੀ ਨਹੀਂ ਸਕਦੇ ਹੈਗੇ ਕਿ ਉਹ ਆਪਣਾ ਹਮਸਫ਼ਰ ਕਿਸੇ ਹੋਰ ਨਾਲ ਵੰਡ ਕੇ ਉਹ ਸੁਖੀ ਜਿਉ ਸਕਦਾ ਹੈ, ਉਹ ਹੋ ਹੀ ਨਹੀਂ ਸਕਦਾ। ਤੇ ਨਾ ਹੀ ਤੁਸੀਂ ਕਿਸੇ ਇਨਸਾਨ ਤੋਂ ਇਹ ਉਮੀਦ ਰੱਖ ਸਕਦੇ ਹੋ ਕਿ ਮੈਨੂੰ ਯਾਦ ਆ ਵੀ ਸਾਡੇ ਮਾਂ-ਬਾਪ ਨੇ ਸਾਨੂੰ ਕਦੇ ਘੂਰਿਆ ਹੀ ਨਹੀਂ, ਨਾ ਸਾਨੂੰ ਕਦੇ ਮਾਰਿਆ। ਤੇ ਜਦੋਂ ਤੁਹਾਨੂੰ ਗਾਹਾਂ ਜਾ ਕੇ ਕੋਈ ਬੰਦਾ ਹੂੰ ਵੀ ਕਹਿੰਦਾ, ਇਹ ਨਹੀਂ ਚਲੋ ਥੋੜ੍ਹੀ ਬਹੁਤੀਆਂ ਚੀਜ਼ਾਂ ਆਪਣੇ ਘਰਾਂ 'ਚ ਚੱਲਦੀਆਂ ਰਹਿੰਦੀਆਂ ਨੇਗੀਆਂ, ਪਰ ਜਿੱਥੇ ਤੁਹਾਨੂੰ ਇਹ ਯਾਦ ਆਉਂਦਾ ਵੀ ਮੇਰੇ ਮਾਂ-ਬਾਪ ਨੇ ਤਾਂ ਮੈਨੂੰ ਕਦੇ ਬਚਪਨ 'ਚ ਵੀ ਚਪੇੜ ਮਾਰ ਕੇ ਕਿਸੇ ਗੱਲ ਤੋਂ ਨਹੀਂ ਰੋਕਿਆ, ਤੇ ਅੱਜ ਤਾਂ ਮੈਂ ਐਡੀ ਹਾਂ, ਮੈਂ ਆਪਣੇ ਆਪ 'ਚ ਮੈਂ ਬਾਲਿਗ ਹਾਂ, ਮੈਨੂੰ ਅੱਜ ਸਿਰਫ ਇਸ ਕਰਕੇ ਥੱਪੜ ਖਾਣਾ ਪੈ ਗਿਆ ਕਿਉਂਕਿ ਮੈਂ ਕਿਸੇ ਦੇ ਘਰੇ ਨੂੰਹ ਬਣ ਕੇ ਆਈ ਹਾਂ, ਕਿਸੇ ਦੇ ਘਰੇ ਮੈਂ ਘਰ ਵਾਲੀ ਬਣ ਕੇ ਆਈ ਹਾਂ, ਜਾਂ ਮੈਂ ਹੁਣ ਆਪਦੇ ਪੇਕਾ ਘਰ ਛੱਡ ਕੇ ਕਿਸੇ ਦੇ ਘਰ ਸਹੁਰੇ ਪਰਿਵਾਰ ਦੇ ਵਿੱਚ ਆ ਗਈ ਹਾਂ, ਤੇ ਮੈਨੂੰ ਹੁਣ ਆਪਦੇ ਪੇਕਿਆਂ ਦੀ ਇੱਜ਼ਤ ਬਚਾ ਕੇ ਰੱਖਣ ਦੇ ਲਈ ਇੱਥੇ ਮੈਨੂੰ ਥੱਪੜ ਖਾ ਕੇ ਵੀ ਚੁੱਪ ਕਰਨਾ ਪੈਣਾ। ਇਹ ਛੋਟੀ ਗੱਲ ਨਹੀਂ ਹੁੰਦੀ। ਇੱਥੇ ਮੈਂ ਇੱਕ ਛੋਟੀ ਜਿਹੀ ਚੀਜ਼ ਕਹਿਣਾ ਚਾਹੁੰਦੀ ਹਾਂ ਕਿ 10 ਸਾਲ ਬਾਅਦ ਅਸੀਂ ਆਪਣੇ ਰਿਵਾਜ ਬਦਲ ਲੈਂਦੇ ਹਾਂ ਨਾ। ਆਪਾਂ ਕਹਿੰਦੇ ਨਵੇਂ ਰਿਵਾਜ ਚੱਲ ਪਏ, 5 ਸਾਲ ਬਾਅਦ ਅਸੀਂ ਆਪਣੇ ਕੱਪੜੇ ਪਾਉਣ ਦੇ ਤਰੀਕੇ ਬਦਲ ਲੈਂਦੇ ਹਾਂ, ਤੇ ਅਸੀਂ ਮਤਲਬ ਔਰਤ ਲਈ ਸੋਚ ਅਸੀਂ ਸਦੀਆਂ ਤੋਂ ਵੀ ਨਹੀਂ ਬਦਲੀ। 200 ਸਾਲ ਪੁਰਾਣੀ ਉਦਾਹਰਨ ਚੱਕ ਕੇ ਆਪਾਂ ਦੇ ਦਿੰਦੇ ਚਲਾ ਰਹੇ ਹਾਂ। ਬਿਲਕੁਲ, ਹੈ ਨਾ। ਸੋ ਬਹੁਤ ਸਾਰੇ ਲੋਕਾਂ ਨੂੰ ਹਲੇ ਵੀ ਲੱਗਦਾ ਕਿ ਔਰਤ ਦਾ ਕੰਮ ਸਿਰਫ ਘਰ ਸੰਭਾਲਣਾ, ਬੱਚੇ ਸੰਭਾਲਣਾ ਹੋਣਾ ਚਾਹੀਦਾ, ਮਰਦ ਦਾ ਕੰਮ ਘਰ ਤੋਂ ਬਾਹਰ ਜਾ ਕੇ ਪੈਸਾ ਕਮਾਉਣਾ ਹੋਣਾ ਚਾਹੀਦਾ, ਇਸੇ ਤਰੀਕੇ ਦੇ ਨਾਲ ਹੀ ਬੈਲੈਂਸ ਚੱਲ ਸਕਦਾ। ਨਹੀਂ ਚੱਲ ਸਕਦਾ, ਕਿਉਂਕਿ ਜਦੋਂ ਤੱਕ ਐਵੇਂ ਸੀਗਾ ਤਾਂ ਉਦੋਂ ਤੱਕ ਔਰਤ ਨੂੰ ਘਰ 'ਚ ਇਹ ਵੀ ਸੁਣਾਇਆ ਜਾਂਦਾ ਸੀਗਾ ਕਿ ਤੂੰ ਤਾਂ ਰੋਟੀ ਵੀ ਮੇਰੀ ਦਿੱਤੀ ਖਾਣੀ ਆ। ਸੋ ਇਹ ਜ਼ਰੂਰੀ ਨਹੀਂ ਹੈਗਾ, ਇਹ ਕੋਈ ਬੈਲੈਂਸਡ ਲਾਈਫ ਨਹੀਂ ਸੀ। ਹਾਂ, ਕੋਈ ਆਪਦੀ ਮਰਜ਼ੀ ਦੇ ਨਾਲ ਆਪਦੀ ਜ਼ਿੰਦਗੀ ਨੂੰ ਸੰਤੁਲਿਤ ਚੱਲਣ ਦੇ ਲਈ, ਸਮੂਥ ਰੱਖਣ ਦੇ ਲਈ ਉਹਨਾਂ ਆਪਣਾ ਇੱਕ ਨਿੱਜੀ ਫੈਸਲਾ ਹੋ ਸਕਦਾ, ਮੈਂ ਘਰ ਸੰਭਾਲੂੰਗੀ, ਤੁਸੀਂ ਬਾਹਰ ਸੰਭਾਲੋ। ਇਹ ਤਾਂ ਮਰਜ਼ੀ ਨਾਲ ਹੋਈਆਂ ਚੀਜ਼ਾਂ ਨੇਗੀਆਂ, ਪਰ ਬਹੁਤ ਸਾਰੇ ਫੈਸਲੇ ਨੇ ਔਰਤਾਂ ਇਸ ਕਰਕੇ ਨਹੀਂ ਕਰਦੀਆਂ। ਉਹ ਗੁਰਬਤ ਭਰੀ ਜ਼ਿੰਦਗੀ ਜਿਉਂਦੀਆਂ ਰਹਿੰਦੀਆਂ ਨੇ, ਕਿੰਨੇ ਗਲੇ ਸੜੇ ਰਿਸ਼ਤੇ ਹੰਡਾਉਂਦੀਆਂ ਰਹਿੰਦੀਆਂ ਨੇ, ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਫਾਈਨੈਂਸ਼ੀਅਲੀ, ਵਿੱਤੀ ਤੌਰ 'ਤੇ ਇੰਨੇ ਮਜ਼ਬੂਤ ਨਹੀਂ ਹੈਗੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਾਂ ਆਪਣੇ ਬੱਚਿਆਂ ਨੂੰ ਸੰਭਾਲ ਸਕਦੇ ਹਾਂ। ਵੀ ਜੇ ਮੈਂ ਆਪਦੇ ਸਹੁਰੇ ਪਰਿਵਾਰ ਦੇ ਵਿੱਚੋਂ ਟੁੱਟ ਕੇ ਜਾਊਂਗੀ ਤਾਂ ਮੈਂ ਆਪਦੇ ਪੇਕਿਆਂ 'ਤੇ ਬੋਝ ਬਣ ਜੂੰਗੀ। ਉਹੀ ਔਰਤ ਜੇ ਵਿੱਤੀ ਤੌਰ 'ਤੇ ਬਹੁਤ ਜ਼ਿਆਦਾ ਸਟਰੋਂਗ ਹੋਊਗੀ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਉਸ ਇਹੋ ਜਿਹੇ ਰਿਸ਼ਤੇ ਨੂੰ ਛੱਡ ਸਕਦੀ ਹੈ ਜਿਹੜਾ ਉਹਨੂੰ ਜਿਉਂਦੇ ਜੀ ਨਰਕ ਦਿਖਾਉਂਦਾ ਹੋਵੇ। ਸੋ ਕੁੜੀਆਂ ਨੂੰ ਸਿਰਫ ਇਹੀ ਨਾ ਸਿਖਾਈ ਜਾਓ ਕਿ ਕੁੜੀਆਂ ਸਿਆਣੀਆਂ ਹੁੰਦੀਆਂ ਨੇ, ਕੁੜੀਆਂ ਸੁਚੱਜੀਆਂ ਹੁੰਦੀਆਂ ਨੇ। ਉਹਨਾਂ ਨੂੰ ਇਹ ਵੀ ਸਿਖਾਓ ਕਿ ਕੁੜੀਆਂ ਮਜ਼ਬੂਤ ਹੁੰਦੀਆਂ ਨੇ, ਕੁੜੀਆਂ ਕਿਸੇ ਵੀ ਗਲਤ ਚੀਜ਼ ਦਾ ਵਿਰੋਧ ਵੀ ਕਰਦੀਆਂ ਹੁੰਦੀਆਂ ਨੇ, ਕੁੜੀਆਂ ਆਪਣੇ ਹੱਕ ਲਈ ਵੀ ਖੜਦੀਆਂ ਹੁੰਦੀਆਂ ਨੇ। ਪੜ੍ਹਾ ਲਿਖਾ ਅਸੀਂ ਦਿੰਦੇ ਹਾਂ ਸਿਰਫ ਇਸ ਲਈ ਨਾ ਵਿਆਹੋ, ਇਸ ਲਈ ਨਾ ਪੜ੍ਹਾਓ ਕਿ ਉਹਨਾਂ ਦਾ ਚੰਗੇ ਘਰ ਚੰਗੇ ਮੁੰਡੇ ਦੇ ਨਾਲ ਜਾਂ ਚੰਗੇ ਕਿਸੇ ਪਰਿਵਾਰ ਦੇ ਵਿੱਚ ਵਿਆਹ ਹੋ ਜਾਊਗਾ। ਉਹਨਾਂ ਨੂੰ ਸਿਖਾਓ ਕਿ ਤੁਹਾਡੀ ਪੜ੍ਹਾਈ ਲਿਖਾਈ ਦੇ ਮਾਇਨੇ ਕੀ ਨੇ, ਪੜ੍ਹਾਈ ਲਿਖਾਈ ਤੁਹਾਨੂੰ ਆਪਣੇ ਲਈ ਸਟੈਂਡ ਲੈਣਾ ਸਿਖਾਉਂਦੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਹੈ ਕਿ ਮਾਵਾਂ ਨੂੰ ਅੱਜ ਵੀ ਆਪਣੀਆਂ ਧੀਆਂ ਨੂੰ ਜਾਂ ਅੱਜ ਵੀ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਹੁੰਦੀ ਆ। ਇਹ ਨਾ ਹੋਵੇ ਕਿ ਸਾਡੇ ਬੱਚੇ ਨੂੰ, ਸਾਡੇ ਜਿਹਨੂੰ ਅਸੀਂ ਜੰਮਿਆ, ਜਿਹਨੂੰ ਅਸੀਂ ਪਾਲਿਆ, ਜਿਹਨੂੰ ਅਸੀਂ ਕਦੇ ਝਿੜਕਣ ਤੋਂ ਪਹਿਲਾਂ ਵੀ ਸੋਚਦੇ ਸੀਗਾ, ਉਸ ਬੱਚੇ ਦੇ ਲਈ ਸਾਨੂੰ ਇਹ ਕਦੇ ਖਬਰ ਸੁਣਨੀ ਪਵੇ ਕਿ ਉਹਦੀ ਜ਼ਿੰਦਗੀ 'ਚ ਬਹੁਤ ਤੰਗ ਸੀ, ਅਸੀਂ ਉਹਦਾ ਇੱਕ ਪਲ ਵੀ ਸਾਥ ਨਹੀਂ ਦਿੱਤਾ ਤੇ ਉਹਨੇ ਮੌਤ ਨੂੰ ਚੁਣਨਾ ਜ਼ਿਆਦਾ ਜ਼ਰੂਰੀ ਜਾਂ ਜ਼ਿਆਦਾ ਸੌਖਾ ਲੱਗਿਆ ਜਿਉਣ ਦੇ ਨਾਲੋਂ।
ਭੈਣਾਂ ਨੂੰ ਵੀ ਕਹਿਣਾ ਚਾਹਾਂਗੀ ਕਿ ਸਾਡੀ ਜ਼ਿੰਦਗੀ ਬਹੁਤ ਖਾਸ ਆ। ਕਿਸੇ ਇੱਕ ਬੰਦੇ ਨੇ ਤੁਹਾਡੀ ਕਦਰ ਨਹੀਂ ਕੀਤੀ, ਪਰ ਤੁਸੀਂ ਆਪਣੀ ਜ਼ਰੂਰ ਕਦਰ ਕਰੋ। ਤੁਹਾਡੇ ਬੱਚੇ ਨੇ ਤਾਂ ਤੁਸੀਂ ਆਪਣੇ ਬੱਚਿਆਂ ਦੀ ਜ਼ਰੂਰ ਕਦਰ ਕਰੋ। ਮਰਨ ਦੇ ਹੱਲ ਲੱਭਣ ਨਾਲੋਂ ਜਿਉਣ ਦੇ ਹੱਲ ਲੱਭਣੇ ਮੈਨੂੰ ਲੱਗਦਾ ਜ਼ਰੂਰੀ ਹੁੰਦੇ ਨੇਗੇ। ਸੋ ਇਹ ਸਿਰਫ ਅਸੀਂ ਗੱਲਾਂ ਹੀ ਕਰ ਸਕਦੇ ਹਾਂ, ਪਰ ਕਹਿੰਦੇ ਜਿਹਦੇ ਤੇ ਬੀਤਦੀ ਹੁੰਦੀ ਆ ਉਹਨੂੰ ਹੀ ਪਤਾ ਹੁੰਦਾ। ਪਰ ਫਿਰ ਵੀ ਮੈਂ ਚਾਹੂੰਗੀ ਕਿ ਆਪਾਂ ਜੇਨੀ ਤੌਰ ਤੇ, ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਹੋਈਏ ਕਿ ਕੋਈ ਵੀ ਦੂਜਾ ਇਨਸਾਨ ਸਾਨੂੰ ਇਸ ਫੈਸਲੇ ਤੱਕ ਨਾ ਲੈ ਕੇ ਜਾ ਸਕੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਈਏ। ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਹੋਰ ਵੀ ਡਿਸਕਸ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਬਹੁਤ ਵੱਡਾ ਵਿਸ਼ਾ ਇਹ। ਪਰ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇੰਨੀ ਕੀ ਗੱਲਬਾਤ ਕਰਾਂਗੇ, ਤੇ ਹਮੇਸ਼ਾ ਦੀ ਤਰ੍ਹਾਂ ਉਡੀਕ ਰਹੂਗੀ ਕਿ ਤੁਸੀਂ YouTube ਤੇ ਜਾਂ Facebook ਤੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਆਪਣੀ ਰਾਏ ਦਿਓਗੇ ਜਾਂ ਹੋਰ ਕਿਹੋ ਜਿਹੇ ਵਿਸ਼ਿਆਂ ਤੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇਹ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋ ਹਮੇਸ਼ਾ ਦੀ ਤਰ੍ਹਾਂ। ਫਿਲਹਾਲ ਮੈਂ ਗੁਰਦੀਪ ਤੇ ਭੈਣ ਰੁਪਿੰਦਰ ਸੰਧੂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।